ਹਾਲੇਲੂਇਆ। ਉਸੇ ਆਇਤ ਨੂੰ ਅਸੀਂ ਪੜ੍ਹਾਂਗੇ, ਯੂਹੰਨਾ ਦੀ ਅੰਜੀਲ ਉਹਦਾ 6 ਅਧਿਆਇ ਉਹਦੀ 68 ਆਇਤ। ਯੂਹੰਨਾ ਦੀ ਅੰਜੀਲ 6 ਅਧਿਆਇ ਉਹਦੀ 68 ਆਇਤ ਅਸੀਂ ਪੜ੍ਹਾਂਗੇ। ਹਾਲੇਲੂਇਆ, ਧੰਨਵਾਦ। ਹਾਂਜੀ ਹਾਂਜੀ, कोई ना किसी भी लैंग्वेज पढ़ो। शमौन पतरस ने उसको उत्तर दिया, हे प्रभु, हम किसके पास जाएं? अनंत जीवन की बातें तो तेरे ही पास है। हालेलुया। हे प्रभु, हम किसके पास जाएं? अनंत जीवन की बातें तो तेरे ही पास है। हालेलुया। सो जिवें असीं जानते हैं कि असीं सब लोग मसीह ਯਸੂ ਦੀ ਮਹਿਮਾ ਦੇ ਵਿੱਚ ਬੁਲਾਏ ਗਏ ਆ, ਔਰ ਇਸ ਲਈ ਬੁਲਾਏ ਗਏ ਆ ਕਿ ਸਾਡੇ ਜੀਵਨ ਦੇ ਵਿੱਚ ਯੂਹੰਨਾ ਦੀ ਅੰਜੀਲ 3 ਅਧਿਆਏ ਉਹਦੀ ਉਹ 16 ਆਇਤ ਜੋ ਸਾਨੂੰ ਸਿਖਾਉਂਦੀ ਆ, ਉਹ ਸਾਡੇ ਜੀਵਨ ਦੇ ਵਿੱਚ ਪੂਰਾ ਹੋ ਸਕੇ ਕਿ ਪਰਮੇਸ਼ਵਰ ਨੇ ਜਗਤ ਦੇ ਨਾਲ ਐਸੀ ਮੁਹੱਬਤ ਕੀਤੀ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਕੋਈ ਉਹਦੇ ਉੱਤੇ ਈਮਾਨ ਲਿਆਵੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਹਾਲੇਲੂਇਆ। ਸੋ ਮਕਸਦ ਪਰਮੇਸ਼ਵਰ ਦਾ ਕੀ ਆ? ਹਮੇਸ਼ਾ ਦੀ ਜ਼ਿੰਦਗੀ। ਫਿਰ ਉਸੇ ਵਰਸ ਉੱਤੇ ਗੌਰ ਕਰ ਲੈਂਦੇ ਆ, ਪਰਮੇਸ਼ਵਰ ਨੇ ਜਗਤ ਦੇ ਨਾਲ ਮੁਹੱਬਤ ਕੀਤੀ। ਇਹ ਮੁਹੱਬਤ ਦੇ ਪਿਛਲਾ ਉਹਦਾ ਮਕਸਦ ਕੀ ਆ? ਪਰਮੇਸ਼ਵਰ ਨੇ ਜਗਤ ਦੇ ਨਾਲ ਮੁਹੱਬਤ ਕੀਤੀ ਤੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਕਿਸ ਲਈ ਬਖਸ਼ ਦਿੱਤਾ? ਇਸ ਲਈ ਕਿ ਅਸੀਂ ਉਹਦੇ ਉੱਤੇ ਕੀ ਲਿਆਈਏ? ਈਮਾਨ ਲਿਆਈਏ। ਜਿਹੜਾ ਇਸ ਜਹਾਨ ਦੇ ਵਿੱਚ ਸਾਡੀ ਨਜਾਤ ਦੇ ਲਈ ਆਇਆ, ਅਸੀਂ ਉੱਤੇ ਕੀ ਲਿਆਈਏ? ਈਮਾਨ ਲਿਆਈਏ। ਔਰ ਇਹ ਈਮਾਨ ਲਿਆਉਣਾ ਕਿਉਂ ਜ਼ਰੂਰੀ ਆ? ਕਿਉਂਕਿ ਉਹ ਹਮੇਸ਼ਾ ਦੀ ਜ਼ਿੰਦਗੀ ਜਿਹਦਾ ਵਾਅਦਾ ਆ, ਉਹ ਜ਼ਿੰਦਗੀ ਮਸੀਹ ਯਸੂ ਦੇ ਵਿੱਚ ਆ। ਹਾਲੇਲੂਇਆ। ਮਸੀਹ ਯਸੂ ਤੋਂ ਬਿਨਾਂ ਉਹ ਜ਼ਿੰਦਗੀ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋ ਸਕਦੀ। ਮਸੀਹ ਯਸੂ ਆਪਾਂ ਨਹੀਂ ਦੇਣਾ ਮੈਨੂੰ, ਇਸ ਲਈ ਉਹ ਜ਼ਿੰਦਗੀ ਕਿਹਦੇ 'ਚ ਛੁਪੀ ਹੋਈ ਭਲਾ? ਮਸੀਹ ਯਸੂ ਦੇ 'ਚ। ਸੋ ਵਾਕ ਕਿਵੇਂ ਪੂਰਾ ਹੁੰਦਾ ਹੈ? ਪਰਮੇਸ਼ਵਰ ਨੇ ਜਗਤ ਨਾਲ ਮੁਹੱਬਤ ਕੀਤੀ ਤੇ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਕਿ ਜਿਹੜਾ ਕੋਈ ਉੱਤੇ ਈਮਾਨ ਲਿਆਵੇ ਹਲਾਕ ਨਾ ਹੋਵੇ। ਈਮਾਨ ਲਿਆਵੇ ਤੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਸੋ ਹਮੇਸ਼ਾ ਦੀ ਜ਼ਿੰਦਗੀ ਆ ਤੇ ਪ੍ਰਭੂ ਯਿਸੂ ਮਸੀਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਦੇ ਕਾਨੂੰਨ ਸਮਝਾ ਰਿਹਾ ਸੀ। ਕੀ ਕਰ ਰਿਹਾ ਸੀ? ਹਮੇਸ਼ਾ ਦੀ ਜ਼ਿੰਦਗੀ ਪਾਉਣ ਦੇ ਕਾਨੂੰਨ ਸਮਝਾ ਰਿਹਾ ਸੀ। ਅਗਰ ਤੇ 3:16 'ਚ ਦੇਖੀਏ ਤੇ ਉੱਥੇ ਖਾਲੀ ਸਾਡੇ ਸਾਹਮਣੇ ਕੀ ਗੱਲ ਆਉਂਦੀ ਭਲਾ? ਜਿਹੜਾ ਉਹਦੇ ਉੱਤੇ ਈਮਾਨ ਲਿਆਵੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ। ਸੋ ਜੇ ਅਸੀਂ ਕਹੀਏ ਵੀ ਖਾਲੀ ਈਮਾਨ ਲਿਆਉਣ ਦੇ ਨਾਲ ਹਮੇਸ਼ਾ ਦੀ ਜ਼ਿੰਦਗੀ ਮਿਲੂਗੀ ਤੇ ਫਿਰ ਅਸੀਂ ਗਲਤ ਫਹਿਮੀ ਦੇ ਵਿੱਚ ਹਾਂ। ਕਿਉਂਕਿ ਯਿਸੂ ਮਸੀਹ ਆ ਕੇ ਫਿਰ ਇਹਨਾਂ ਗੱਲਾਂ ਦਾ ਸਾਰਾ ਜਿਹੜਾ ਨਿਚੋੜ ਆ ਉਹ ਸਾਡੇ ਸਾਹਮਣੇ ਲਿਆਉਣਾ ਸ਼ੁਰੂ ਕਰ ਦੇ, ਥੋੜ੍ਹਾ ਥੋੜ੍ਹਾ ਕਰਕੇ। ਉਹਦੇ ਵਿੱਚ ਜ਼ਿੰਦਗੀ ਆ, ਉਹ ਖੁਦਾ ਦੇ ਇੰਤਜ਼ਾਮ ਦੇ ਮੁਤਲਕ ਆਇਆ ਆ। ਅਸੀਂ ਇਹ ਵੀ ਸਿੱਖਿਆ ਕਿ ਉਹ ਸਿਰਫ ਖੁਦਾ ਦਾ ਬੇਟਾ ਨਹੀਂ ਆ ਬਲਕਿ ਖੁਦ ਖੁਦਾ ਹੈ। ਸੋ ਬੇਟਾ ਦਾ ਮਤਲਬ ਹੈ ਕਿ ਕਿਸੇ ਚੀਜ਼ ਦਾ ਅੰਸ਼, ਜਿਵੇਂ ਅਸੀਂ ਆਪਣੇ ਬਾਪ ਦਾ ਅੰਸ਼ ਹਾਂ, ਉਸੇ ਤਰ੍ਹਾਂ ਯਿਸੂ ਮਸੀਹ ਪਿਤਾ ਦਾ ਅੰਸ਼ ਹੈ ਤੇ ਪਿਤਾ ਤੋਂ ਬਿਨਾਂ ਉਹਦਾ ਕੁਛ ਵੀ ਨਹੀਂ ਹੈ। ਸੋ ਜੋ ਕੁਛ ਹੈਗਾ ਉਹ ਪਿਤਾ ਹੀ ਹੈ। ਪਿਤਾ ਹੁੰਦਿਆਂ ਹੋਇਆਂ ਕਿਸੇ ਨੂੰ ਨਜਾਤ ਨਹੀਂ ਦੇ ਸਕਦਾ। ਪਿਤਾ ਪਰਮੇਸ਼ਵਰ ਆਪਣੀ ਈਸ਼ਵਰਤਾਈ ਦੇ ਵਿੱਚ ਕਿਸੇ ਨੂੰ ਨਜਾਤ ਨਹੀਂ ਦੇ ਸਕਦਾ। ਪਿਤਾ ਪਰਮੇਸ਼ਵਰ ਆਪਣੀ ਈਸ਼ਵਰਤਾਈ ਦੇ ਵਿੱਚ ਕਿਸੇ ਦਾ ਪਾਪ ਮਾਫ ਨਹੀਂ ਕਰ ਸਕਦਾ। ਇਸ ਲਈ ਪ੍ਰਭੂ ਯਿਸੂ ਮਸੀਹ ਦਾ ਆਉਣਾ ਜ਼ਰੂਰੀ ਸੀ। ਜੇ ਪਿਤਾ ਕਿਸੇ ਦਾ ਪਾਪ ਮਾਫ ਕਰ ਸਕਦਾ ਹੁੰਦਾ ਜਾਂ ਜੇ ਪਿਤਾ ਕਿਸੇ ਨੂੰ ਨਜਾਤ ਦੇ ਸਕਦਾ ਹੁੰਦਾ ਤੇ ਫਿਰ ਯਿਸੂ ਮਸੀਹ ਨਾਮ ਦੀ ਇਸ ਜਹਾਨ ਦੇ ਵਿੱਚ ਕੋਈ ਜ਼ਰੂਰਤ ਨਹੀਂ। ਸੋ ਫਿਰ
ਘੱਟ ਗਿਆਨ ਰੱਖਣ ਵਾਲੇ ਜਾਂ ਅਗਿਆਨੀ ਲੋਕ ਜਾਂ ਜਿਹੜੇ ਯਿਸੂ ਮਸੀਹ ਨੂੰ ਨਹੀਂ ਸਮਝਦੇ, ਉਹ ਲੋਕ ਫਿਰ ਇੱਕਦਮ ਸਵਾਲ ਕਰਦੇ ਆ ਵੀ ਤੁਸੀਂ ਤੇ ਪਰਮੇਸ਼ਵਰ ਦੇ ਵਜੂਦ ਦੇ ਉੱਤੇ ਉਂਗਲੀ ਚੁੱਕ ਰਹੇ ਹੋ। ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਇਹ ਪਰਮੇਸ਼ਵਰ ਦੇ ਲਈ ਨਾਮੁਮਕਿਨ, ਜਦ ਕਿ ਮੁਸ਼ਕਿਲ ਕੁਛ ਆਇਆ ਹੋ, ਉਹਦੇ ਲਈ ਕੋਈ ਕੰਮ ਮੁਸ਼ਕਿਲ ਹੈ ਹੀ ਨਹੀਂ ਹੈ। ਤੇ ਫਿਰ ਇਹ ਕਿੱਦਾਂ ਹੋ ਸਕਦਾ ਵੀ ਉਹ ਕਿਸੇ ਦੀ ਨਿਜਾਤ ਨਹੀਂ ਕਰ ਸਕਦਾ? ਇਹ ਕਿਵੇਂ ਹੋ ਸਕਦਾ ਵੀ ਉਹ ਕਿਸੇ ਦਾ ਪਾਪ ਮਾਫ ਨਹੀਂ ਕਰ ਸਕਦਾ? ਤੇ ਉਹਦਾ ਸਿੱਧਾ ਉਹਦਾ ਵਚਨ ਹੀ ਜਵਾਬ ਦਿੰਦਾ ਹੈ ਕਿ ਜੇ ਵੱਛਿਆਂ ਵੈੜਕਿਆਂ ਦੇ ਲਹੂ ਦੇ ਨਾਲ, ਮੇਮਣਿਆਂ ਦੇ ਲਹੂ ਦੇ ਨਾਲ ਕਿਸੇ ਦਾ ਪਾਪ ਮਾਫ ਹੁੰਦਾ ਤੇ ਫਿਰ ਉਹ ਹਰ ਵਰੇ ਚੜਾਏ ਨਾ ਜਾਂਦੇ। ਇੱਥੋਂ ਤੱਕ ਕਿ ਜਿਹੜਾ ਚੜਾਉਂਦਾ ਸੀ ਨਾ, ਉਹ ਵੀ ਆਪਣੇ ਗੁਨਾਹਾਂ ਦੀ ਮਾਫੀ ਦੇ ਲਈ ਲੈ ਕੇ ਜਾਂਦਾ ਸੀ ਮੇਮਣਿਆਂ ਦੇ ਲਹੂ ਨੂੰ। ਸੋ ਇਹਦਾ ਮਤਲਬ ਸਿੱਧਾ ਕੀ ਆ? ਹਰ ਵਾਰ ਚੜਾਉਣਾ ਇਸ ਚੀਜ਼ ਦਾ ਪ੍ਰਤੀਕ ਸੀਗਾ ਕਿ ਉਹਨਾਂ ਦੇ ਪਾਪ ਮਾਫ ਨਹੀਂ ਸੀ ਹੁੰਦੇ, ਬਲਕਿ ਢਕੇ ਜਾਂਦੇ ਸੀ। ਸੋ ਕਿਸੇ ਚੀਜ਼ ਨੂੰ ਢਕਣਾ ਤੇ ਕਿਸੇ ਚੀਜ਼ ਨੂੰ ਫਿਨਿਸ਼ ਕਰਨਾ ਦੋ ਅਲੱਗ ਗੱਲਾਂ ਆ। ਸੋ ਪੁਰਾਣੇ ਸਮੇਂ ਵਿੱਚ ਕੀ ਸੀਗਾ? ਪਰਮੇਸ਼ਵਰ ਜਿਹੜਾ ਨਿਯਮ ਨੇ ਦਿੱਤਾ ਸੀ ਉਹਦੇ ਮੁਤਾਬਕ ਉਹ ਜੋ ਕੁਛ ਕਰਦੇ ਸੀ ਉਹਦੇ ਨਾਲ ਪਾਪ ਢਕਿਆ ਜਾਂਦਾ ਸੀ, ਮਾਫ ਨਹੀਂ ਸੀ ਹੁੰਦਾ। ਮਾਫੀ ਯਿਸੂ ਮਸੀਹ ਨਾਮ ਦੇ ਵਿੱਚ ਆਈ। ਮਾਫੀ ਕਿੱਦਾਂ ਆਈ? ਯਿਸੂ ਮਸੀਹ ਨਾਮ ਦੇ ਵਿੱਚ ਮਾਫੀ ਆਈ। ਜੇ ਯਿਸੂ ਮਸੀਹ ਨਾਮ ਨਾ ਆਉਂਦਾ, ਆਪਾਂ ਤਾਂ ਹੁਣ ਯਿਸੂ ਮਸੀਹ ਪੂਰਾ ਕਹਿੰਦੇ ਇੱਜ਼ਤ ਦੇਣ ਦੇ ਲਈ, ਜੇ ਯਿਸੂ ਨਾਮ ਨਾ ਆਉਂਦਾ ਤੇ ਮਾਫੀ ਨਹੀਂ ਸੀ ਹੋਣੀ। ਜੇ ਮਾਫੀ ਨਾ ਹੁੰਦੀ ਤੇ ਫਿਰ ਨਜਾਤ ਨਹੀਂ ਸੀ ਹੋਣੀ। ਇਸ ਲਈ ਕੀ ਕਿਹਾ ਮਰੀਮ ਨੂੰ? ਜਿਹੜਾ ਪੈਦਾ ਹੋਵੇਗਾ ਤੂੰ ਉਹਦਾ ਨਾਮ ਯਿਸੂ ਰੱਖੇ। ਹਾਲੇਲੂਇਆ। ਜੇ ਉਹਦਾ ਨਾਮ ਯਿਸੂ ਨਾ ਰੱਖਿਆ ਜਾਂਦਾ ਤਾਂ ਵੀ ਨਹੀਂ ਸੀ ਮਾਫ ਹੋਣੇ। ਸੋ ਹੁਕਮ ਮਿਲਿਆ ਭਲਾ ਉਹਦਾ ਨਾਮ ਯਿਸੂ ਰੱਖੀ। ਇਸ ਤੋਂ ਪਹਿਲਾਂ ਕਿ ਉਹ ਸਵਾਲ ਕਰਨ, ਪਰਮੇਸ਼ਵਰ ਆਪ ਹੀ ਦੱਸਦਾ ਵੀ ਉਹਦਾ ਨਾਮ ਯਿਸੂ ਕਿਉਂ ਰੱਖਣਾ ਆ। ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਛੁਡਾਵੇ। ਸੋ ਜਿਹੜੇ ਪਾਪ ਫਿਰ ਯਿਸੂ ਮਸੀਹ ਦੇ ਨਾਮ 'ਚ ਮਾਫ ਹੁੰਦੇ ਆ, ਉਹ ਪਾਪ ਕਦੇ ਫਿਰ ਚੇਤੇ ਵੀ ਕੀਤੇ ਜਾਂਦੇ ਤੇ ਪਰਮੇਸ਼ਵਰ ਕਦੇ ਸਾਨੂੰ ਯਾਦ ਵੀ ਕਰਾਉਂਦਾ ਨਹੀਂ ਹੈ। ਉਸ ਤੋਂ ਅੱਗੇ ਜੋ ਕੁਛ ਕਰਾਂਗੇ ਉਹ ਇੰਤਜ਼ਾਮ ਦੇ ਹੇਠ ਆਉਣੇ। ਲੇਕਿਨ ਜਿਹੜੇ ਪੁਰਾਣੇ, ਜਿਹਨਾਂ ਤੋਂ ਅਸੀਂ ਇੱਕ ਵਾਰੀ ਉਹਨੂੰ ਆਪਣਾ ਮੁਕਤੀਦਾਤਾ ਮੰਨ ਕੇ, ਆਪਣਾ ਨਜਾਤ ਦਹਿੰਦਾ ਮੰਨ ਕੇ, ਪਾਪਾਂ ਨੂੰ ਮਾਫ ਕਰਨ ਵਾਲਾ ਮੰਨ ਕੇ, ਜਿਹੜੇ ਪਾਪ ਅਸੀਂ ਇਕਰਾਰ ਕਰਕੇ ਉਹਦੇ ਅੱਗੇ ਤੌਬਾ ਕੀਤੀ ਹੈ, ਉਹਨਾਂ ਨੂੰ ਕਦੇ ਉਹ ਲੇਖੇ ਲਿਆਉਂਦਾ ਨਹੀਂ ਹੈ। ਸੋ ਉਹ ਹਮੇਸ਼ਾ ਦੇ ਲਈ ਮਾਫ ਹੋ ਜਾਂਦੇ ਆ। ਸੋ ਯਿਸੂ ਨਾਮ ਦੇ ਵਿੱਚ ਉਹ ਅਨੰਤ ਜੀਵਨ ਆ। ਇਸ ਲਈ ਲਿਖਿਆ ਕਿ ਜਿਹੜਾ ਕੋਈ ਉਹਦੇ ਉੱਤੇ ਈਮਾਨ ਲਿਆਵੇ ਹਲਾਕ ਨਾ ਹੋਵੇ, ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਹੁਣ ਪਰਮੇਸ਼ਵਰ ਦੀ ਤਮੰਨਾ ਕੀ ਹੈ ਭਲਾ? ਇਹ ਜਿਹੜਾ ਉਹਦਾ ਪਿਆਰਾ ਦੋਸਤ ਹੈ ਨਾ, ਇਹ ਕੀ ਪਾਵੇ ਭਲਾ? ਹਮੇਸ਼ਾ ਦੀ ਜ਼ਿੰਦਗੀ ਪਾਵੇ। ਹੁਣ ਹਮੇਸ਼ਾ ਦੀ ਜ਼ਿੰਦਗੀ ਪਾਵੇ, ਇਹ ਪਰਮੇਸ਼ਵਰ ਦੀ ਇੱਛਾ ਆ। ਔਰ ਨਾਲ ਫਿਰ ਵਚਨ ਦੱਸਦਾ ਉਹ ਹਮੇਸ਼ਾ ਦੀ ਜ਼ਿੰਦਗੀ ਉਹਨੇ ਆਪਣੇ ਪੁੱਤਰ ਦੇ ਵਿੱਚ, ਯਾਨੀ ਕਿ ਯਿਸੂ ਨਾਮ ਦੇ ਵਿੱਚ ਰੱਖੀ ਹੈ। ਹਾਲੇਲੂਇਆ। ਸੋ ਯਿਸੂ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਯਿਸੂ ਨਾਮ ਤੋਂ ਬਿਨਾਂ ਕੋਈ ਪਰਮੇਸ਼ਵਰ ਦੇ ਲਾਗੇ ਜਾ ਸਕਦਾ ਨਹੀਂ ਹੈ। ਸੋ ਇਸ ਨਾਮ ਦੇ ਵਿੱਚ ਜ਼ਿੰਦਗੀ ਆ, ਤੇ ਇਹਦੇ ਬਾਰੇ ਅਸੀਂ ਥੋੜ੍ਹਾ ਜਿਹਾ ਸਿੱਖਣਾ ਆ ਵੀ ਇਹ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਅਸੀਂ ਮੰਨਦੇ ਹਾਂ ਕਿ ਉਹ ਮੇਰੀ ਖਾਤਰ ਕੁਰਬਾਨ ਹੋਇਆ। ਜਦੋਂ ਅਸੀਂ ਮੰਨਦੇ ਹਾਂ ਉਹਨੇ ਮੇਰੇ ਗੁਨਾਹਾਂ ਦੀ ਖਾਤਰ ਲਹੂ ਬਹਾਇਆ, ਉਦੋਂ ਹੀ ਸਾਡੀ ਜਿਹੜੀ ਤੌਬਾ ਆ ਉਹਦੇ ਹਜ਼ੂਰ ਪਹੁੰਚਦੀ ਹੈ ਤੇ ਨਵੀਂ ਜ਼ਿੰਦਗੀ ਦੀ ਕੀ ਹੋ ਜਾਂਦੀ ਹੈ ਭਲਾ? ਸ਼ੁਰੂਆਤ ਹੋ ਜਾਂਦੀ ਹੈ। ਉਸ ਹਮੇਸ਼ਾ ਦੀ ਜ਼ਿੰਦਗੀ ਵੱਲ ਨੂੰ ਸਾਡਾ ਇੱਕ ਕਦਮ ਵੱਧ ਜਾਂਦਾ ਹੈ। ਲੇਕਿਨ ਉਸ ਜ਼ਿੰਦਗੀ ਨੂੰ ਪਾਉਣ ਦੇ ਫਿਰ ਸਾਨੂੰ ਵਚਨ ਤੌਰ ਤਰੀਕੇ ਦੱਸਦਾ ਹੈ। ਪਹਿਲਾ ਤਰੀਕਾ ਪੜ੍ਹਾਂਗੇ ਮੱਤੀ ਦੀ ਅੰਜੀਲ 7 ਅਧਿਆਏ ਉਹਦੀ 14 ਆਇਤ। ਮੱਤੀ ਦੀ ਅੰਜੀਲ ਮੈਥਿਊ ਚੈਪਟਰ 7 ਵਰਸ 14। ਬੜੇ ਹੀ ਧਿਆਨ ਦੇ ਨਾਲ, ਲਗਨ ਦੇ ਨਾਲ, ਜਿੰਨੀ ਦੇਰ ਵੀ ਅਸੀਂ ਖੁਦਾ ਦੇ ਵਚਨ ਦੇ ਉੱਤੇ ਮੰਨਣ ਕਰਾਂਗੇ, ਇੱਕ ਇੱਕ ਗੱਲ ਨੂੰ
ਅਸੀਂ ਮੱਤੀ 7:14 ਆਪਣੇ ਦਿਲ ਦੀ ਤਖਤੀ ਉੱਤੇ ਲਿਖਣ ਦੀ ਤੇ ਆਪਣੇ ਦਿਮਾਗ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਾਂਗੇ। क्योंकि स्केत है वह फाटक और कठिन है वह मार्ग। ਸਕੇਤ ਹੈ ਵੈ ਫਾਟਕ ਔਰ ਕਠਿਨ ਹੈ ਵੈ ਮਾਰਗ। ਕੀ ਹੈ ਭਲਾ ਇਹ? को पहुंचता है। ਕੀ ਹੈ ਭਲਾ ਇਹ? स्केत ਤੰਗ ਵੀ ਹੈ ਤੇ औखा। ਔਖਾ ਵੀ ਹੈ। ਹਾਂਜੀ, ਭੀੜਾ ਵੀ ਹੈ ਤੇ ਮੁਸ਼ਕਿਲ ਵੀ ਹੈ, ਹਨਾ। ਤੰਗ ਵੀ ਹੈ ਤੇ ਮੁਸ਼ਕਿਲ ਵੀ ਹੈ। ਸੋ ਫਿਰ ਪੜਾਂਗੇ, ਕਿਉਂਕਿ ਸਕੇਤ ਹੈ ਵੈ ਫਾਟਕ और कठिन है वह मार्ग ਔਰ ਕਠਿਨ ਹੈ ਵੈ ਮਾਰਗ, ਜਾਂ ਸਕਰਾ ਹੈ ਵੈ ਮਾਰਗ। जो जीवन को पहुंचाता है। ਹਾਲੇਲੂਇਆ। ਸੋ ਜਿਸ ਜੀਵਨ ਦੇ ਵਿਖੇ ਅਸੀਂ ਵਚਨ ਪੜਿਆ ਕਿ ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇ ਤੇਰੇ ਕੋਲ ਆ, ਤੇ ਅਸੀਂ ਭਲਾ ਤੈਨੂੰ ਛੱਡ ਕੇ ਕਿੱਥੇ ਜਾਈਏ। ਇਹਦੇ ਵਿੱਚ ਪੱਤਰ ਸਿੱਧਾ ਸਿੱਧਾ ਦੁਨੀਆ ਨੂੰ ਇੱਕ ਸੰਦੇਸ਼ ਦੇ ਰਿਹਾ ਆ ਰੱਬ ਦੇ ਆਤਮਾ ਦੇ ਦੁਆਰਾ। ਕੀ ਸੰਦੇਸ਼ ਹੈ ਭਲਾ? ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇਰੇ ਕੋਲ ਆ, ਤੈਨੂੰ ਛੱਡ ਕੇ ਅਸੀਂ, ਜੇ ਤੈਨੂੰ ਛੱਡ ਕੇ ਅਸੀਂ ਕਿਤੇ ਜਾਂਦੇ ਆ ਤੇ ਫਿਰ ਇਹ ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਸਾਨੂੰ ਕਿਤੇ ਪ੍ਰਾਪਤ ਹੋ ਸਕਦੀਆਂ। ਉਹ ਹੁਣ ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਕੀ ਆ, ਅਸੀਂ ਇਹ ਸਿੱਖਣਾ। ਹਾਲੇਲੂਇਆ। ਅੱਜ ਮੇਰਾ ਖਿਆਲ ਅਸੀਂ ਤੀਜੇ ਕਿ ਚੌਥੇ ਪਾਠ ਦੇ ਵਿੱਚ ਪਹੁੰਚੇ ਹਾਂ। ਸੋ ਸਿੱਖਦੇ ਆ ਰਹੇ ਹਾਂ। ਤੇ ਕੀ ਹੈ? ਪਹਿਲਾਂ, ਸਭ ਤੋਂ ਪਹਿਲਾਂ ਤੇ ਸਾਨੂੰ ਇਹ ਸਮਝਣਾ ਹੈ, ਇਹ ਹਮੇਸ਼ਾ ਦੀ ਜ਼ਿੰਦਗੀ ਜਿਵੇਂ ਲੋਕਾਂ ਨੇ ਸਮਝ ਲਿਆ ਆ, ਇੰਨੀ ਸੌਖੀ ਵੀ ਨਹੀਂ ਆ। ਅਸੀਂ ਗੈਰ ਕੌਮਾਂ ਦੀ ਤਰ੍ਹਾਂ ਭੁੱਲ ਜਾਈਏ ਵੀ ਰੱਬ ਰੱਬ ਕਰੀ ਜਾਈਏ ਤੇ ਸ਼ਾਇਦ ਇਹ ਮਿਲ ਜਾਣੀ ਆ। ਪ੍ਰਭੂ ਪ੍ਰਭੂ ਕਰੀ ਜਾਈਏ ਤੇ ਸ਼ਾਇਦ ਇਹ ਮਿਲ ਜਾਣੀ ਆ। ਦਾਨ ਦਸ਼ਮਾਂਸ਼ ਦੇਈ ਜਾਈਏ ਤੇ ਸ਼ਾਇਦ ਇਹ ਮਿਲ ਜਾਣੀ ਆ। ਸੰਤਾਂ ਦੀ ਸੇਵਾ ਕਰੀ ਜਾਈਏ ਤੇ ਸ਼ਾਇਦ ਇਹ ਮਿਲ ਜਾਣੀ ਆ। ਸੰਤਾਂ ਦੇ ਪੈਰ ਪੂਰ ਧੋਈ ਜਾਈਏ ਤੇ ਸ਼ਾਇਦ ਇਹ ਮਿਲ ਜਾਣੀ ਆ। ਸੰਤਾਂ ਨੂੰ ਕੱਪੜੇ ਕੁਪੜੇ ਹਰ ਸਾਲ ਨਵੇਂ ਸਵਾ ਦਿਆ ਕਰੀਏ ਤੇ ਸ਼ਾਇਦ ਇਹ ਮਿਲ ਜਾਣੀ ਆ। ਸੋ ਇਹਨੂੰ ਅਗਰ ਕਿਸੇ ਨੇ ਹਾਸਲ ਕਰਨਾ ਹੈ ਤੇ ਫਿਰ ਉਹਦਾ ਤੌਰ ਤਰੀਕਾ ਵੀ ਪਰਮੇਸ਼ਵਰ ਨੇ ਦੱਸਿਆ ਆ। ਮੈਂ ਇੱਥੇ ਇਹ ਨਹੀਂ ਦੱਸਣਾ ਚਾਹੁੰਦਾ ਵੀ ਸੰਤਾਂ ਦਾ ਆਦਰ ਨਹੀਂ ਹੋਣਾ ਚਾਹੀਦਾ ਜਾਂ ਉਹਨਾਂ ਦੀ ਰਿਸਪੈਕਟ ਨਹੀਂ ਹੋਣੀ ਚਾਹੀਦੀ। ਕਈ ਵਾਰੀ ਲੋਕ ਇਹਨਾਂ ਗੱਲਾਂ ਨੂੰ ਗਲਤ ਨਜ਼ਰੀਏ ਵਿੱਚ ਲੈ ਜਾਂਦੇ ਆ, ਕਿਉਂਕਿ ਸਮਾਂ ਥੋੜ੍ਹਾ ਹੁੰਦਾ, ਹਰ ਗੱਲ ਨੂੰ ਸਮਝਾਉਣ ਦਾ ਵੇਲਾ ਵੀ ਨਹੀਂ ਹੁੰਦਾ। ਤੇ ਸਾਨੂੰ ਹੁੰਦਾ ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਹੋਈ ਆ ਉਹਨੂੰ ਕਰੀਏ। ਤੇ ਉਹ ਤੇ ਫਿਰ ਅਸੀਂ ਲੋਕਾਂ ਕੋਲ ਇੱਕ ਆਪਸ਼ਨ ਰੱਖਿਆ ਵੀ ਜਿਹੜੀ ਗੱਲ ਨਾ ਸਮਝ ਆਵੇ ਨਾ, ਉਹ ਪਹਿਲਾਂ ਸਾਡੇ ਨਾਲ ਕਲੀਅਰ ਕਰ ਲਿਆ ਕਰੋ ਕੁਛ ਵੀ ਕਮੈਂਟ ਕਰਨ ਤੋਂ ਪਹਿਲਾਂ, ਤਾਂ ਕਿ ਪਤਾ ਲੱਗੇ ਵੀ ਸਾਡੇ ਕਹਿਣ ਦਾ ਮੰਤਵ ਕੀ ਸੀਗਾ। ਸੋ ਵਚਨ 'ਚ ਹੀ ਲਿਖਿਆ ਕਿ ਸੇਵਕ ਦੂਣੇ ਆਦਰ ਦੇ ਯੋਗ ਮੰਨੇ ਜਾਣ। ਇਹ ਦੂਣੇ ਆਦਰ ਦੇ ਯੋਗ ਜਿਹੜੇ ਮੰਨੇ ਜਾਣੇ ਨਾ, ਇਹ ਤੁਸੀਂ ਉਹਨਾਂ ਨੂੰ ਆਦਰ ਦੇਣਾ ਆ, ਉਹਨਾਂ ਨੇ ਲੈਣਾ ਨੀਗਾ। ਇੱਕ ਗੱਲ ਚੇਤਾ ਰੱਖਣੀ, ਕੀ ਹੈ ਭਲਾ? ਇਹ ਤੁਸੀਂ ਉਹਨਾਂ ਨੂੰ ਆਦਰ ਦੇਣਾ ਆ। ਜੇ ਉਹ ਲੈਣ ਦੀ ਗੱਲ ਕਰਨ ਤੇ ਫਿਰ ਦਰਵਾਜ਼ਾ ਬਾਹਰ ਕੱਢ ਕੇ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲੈਣਾ। ਅੰਡਰਸਟੈਂਡ ਕਰੋ ਪਹਿਲਾਂ। ਇਹ ਆਦਰ ਕੀ ਕਰਨਾ ਭਲਾ? ਤੁਸੀਂ ਦੇਣਾ ਆ। ਜੇ ਉਹ ਆਦਰ ਲੈਣ ਵਾਲੀ ਗੱਲ ਕਰੇ ਤੇ ਫਿਰ ਕੀ ਕਰਨਾ? ਵਚਨ ਹੀ ਦੱਸਦਾ। ਫਿਰ ਕੀ ਕਰਨਾ ਭਲਾ? ਉਹਨੂੰ ਘਰੋਂ ਬਾਹਰ ਕੱਢ ਕੇ ਤੇ ਉਹਦੇ ਲਈ ਕੁੰਡੀ ਹਮੇਸ਼ਾ ਦੇ ਲਈ ਲਾ ਦੇਣੀ ਹੈ। ਕਿਉਂ ਭਲਾ? ਕਿਉਂਕਿ ਵਚਨ ਨੇ ਬਰੀਕੀਆਂ ਸਾਰੀਆਂ ਦੱਸੀਆਂ ਆ। ਇਹਨਾਂ ਹੀ ਸੰਤਾਂ ਦੇ ਵਸੀਲੇ ਸਾਨੂੰ ਇਹ ਸਾਰੇ ਭੇਤ ਪਤਾ ਲੱਗਣੇ ਆ। ਇਸ ਲਈ ਖੁਦਾ ਚਾਹੁੰਦਾ ਹੈ ਵੀ ਇਹਨਾਂ ਸੰਤਾਂ ਦਾ ਕੀ ਹੋਵੇ ਭਲਾ? ਆਦਰ ਦੁੱਗਣਾ ਹੋਵੇ, ਕਿਉਂਕਿ ਇਹਨਾਂ ਦੇ ਵਿੱਚ ਉਹਨੇ ਇਹ ਜ਼ਿੰਦਗੀ ਦੀਆਂ ਗੱਲਾਂ ਦੇ ਭੇਤ ਨੂੰ ਪ੍ਰਗਟ ਕੀਤਾ ਹੈ। ਸੋ ਇਹ ਆਦਰ ਦੇ ਯੋਗ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਲੇਕਿਨ ਪ੍ਰਸਤਿਸ਼ ਦੇ ਯੋਗ ਨੇਗੇ। ਆਦਰ ਦੇ ਯੋਗ ਆ, ਪ੍ਰਸਤਿਸ਼ ਦੇ ਯੋਗ ਨਹੀਂ ਆ। ਆਦਰ ਦੇ ਯੋਗ ਆ ਲੇਕਿਨ ਪਰਮੇਸ਼ਵਰ ਦੇ ਤੁੱਲ ਨਹੀਂ ਆ। ਸੋ ਇਹਨਾਂ ਨੂੰ ਨਾ ਕਦੇ ਪਰਮੇਸ਼ਵਰ ਦੇ ਤੁੱਲ ਬਣਾਉਣ ਦੀ ਅਸੀਂ ਕੋਸ਼ਿਸ਼ ਕਰਨੀ ਆ। ਸੋ ਸਮਝਾਂਗੇ ਪਹਿਲਾ ਤਰੀਕਾ ਕੀ ਆ ਵੀ ਇੱਕ ਗੱਲ ਸਮਝ ਲੈਣੀ ਹੈ ਵੀ ਇਹ ਹਮੇਸ਼ਾ ਦੀ ਜ਼ਿੰਦਗੀ ਪਰਮੇਸ਼ਵਰ ਦੀ ਇੱਛਾ ਆ ਕਿ ਉਹਦਾ ਇਹ ਦੋਸਤ ਪਾਵੇ। ਲੇਕਿਨ ਨਾਲ ਨਾਲ ਕੀ ਆ, ਇਹ ਮਿਲਣੀ ਐਵੇਂ ਨਹੀਂ ਗੀ ਜਿੰਨਾ ਕੁ ਲੋਕਾਂ ਨੇ ਸੌਖਾ ਸਮਝ ਲਿਆ। ਜੇ ਇਹ ਇਦਾਂ ਹੀ ਮਿਲਣ ਵਾਲੀ ਹੁੰਦੀ ਨਾ ਤੇ ਫਿਰ ਪਰਮੇਸ਼ਵਰ ਨੂੰ ਐਡਾ ਵੱਡਾ ਇੰਤਜ਼ਾਮ ਨਾ ਕਰਨਾ ਪੈਂਦਾ। ਫਿਰ ਯਿਸੂ ਮਸੀਹ ਨੂੰ ਇਸ ਜਹਾਨ 'ਚ ਆ ਕੇ ਐਡਾ ਬੇਇੱਜ਼ਤ ਨਾ ਹੋਣਾ ਪੈਂਦਾ। ਫਿਰ ਗਲੀਆਂ ਗਲੀਆਂ ਦੇ ਵਿੱਚ ਜਿਹੜਾ ਉਹਦਾ ਤਮਾਸ਼ਾ ਬਣਾਇਆ ਗਿਆ,
ਫਿਰ ਉਹ ਨਾ ਹੁੰਦਾ, ਫਿਰ ਉਹਦੇ ਮੂੰਹ ਤੇ ਥੁੱਕਣ ਵਾਲਾ ਕੰਮ ਵੀ ਨਾ ਹੁੰਦਾ, ਸਲੀਬ ਦੇ ਉੱਤੇ ਚੜੇ ਹੋਏ ਨੂੰ ਵੀ ਮਜ਼ਾਕ ਕਰਨ ਤੋਂ ਹਟਦੇ, ਉੱਥੇ ਵੀ ਉਹਨੂੰ ਦੁੱਖ ਦੇਣ ਤੋਂ ਮੈਨੂੰ ਲੱਗਦਾ ਵੀ ਉਹ ਜਿਹੜੇ ਉਹਦੇ ਪਿੱਠ ਦੇ ਉੱਤੇ ਕੋੜੇ ਪਏ, ਜਿਹੜੇ ਉਹਦੇ ਹੱਥਾਂ ਤੇ ਪੈਰਾਂ ਵਿੱਚ ਕਿੱਲ ਠੋਕੇ ਗਏ, ਉਹਨੂੰ ਸ਼ਾਇਦ ਉਹਨਾਂ ਦਾ ਓਨਾ ਦਰਦ ਨਹੀਂ ਆ ਜਿੰਨਾ ਦਰਦ ਇਹਨਾਂ ਗੁਨੇਗਾਰ ਲੋਕਾਂ ਦਾ ਆ ਜਿਨ੍ਹਾਂ ਦੇ ਲਈ ਆਇਆ ਤੇ ਉਹਨਾਂ ਨੇ ਉਹਨੂੰ ਲਟਕਾਇਆ। ਦੁੱਖ ਕੀ ਹੈ ਭਲਾ? ਇਸ ਚੀਜ਼ ਦਾ ਦੁੱਖ ਆ। ਇਸੇ ਕਰਕੇ ਇਸ ਦੁੱਖ ਨੂੰ ਆਪਣੇ ਸ਼ਬਦਾਂ ਦੇ ਵਿੱਚ ਹੀ ਬਿਆਨ ਕਰਦਾ, ਐ ਬਾਪ ਇਹਨਾਂ ਨੂੰ ਮਾਫ਼ ਕਰ ਕਿਉਂਕਿ ਇਹ ਨਹੀਂ ਜਾਣਦੇ ਕੀ ਕਰ। ਮੁਹੱਬਤ ਕਿੰਨੀ ਹੈ। ਅਜੇ ਵੀ ਇਸ ਗੁਨੇਗਾਰ ਦੇ ਲਈ ਉਹਦੀ ਚਾਹਤ ਕੀ ਆ, ਇੰਨਾ ਕੁਛ ਉਹਦੇ ਨਾਲ ਕਰ ਚੁੱਕੇ ਆ, ਫਿਰ ਵੀ ਕੀ ਕਹਿੰਦਾ, ਐ ਬਾਪ ਇਹਨਾਂ ਨੂੰ ਮਾਫ਼ ਕਰ ਕਿਉਂਕਿ ਇਹ ਜਾਣਦੇ ਨਹੀਂ ਵੀ ਇਹ ਕੀ ਕਰਦੇ। ਸੋ ਇਹ ਵੀ ਗੱਲ ਸਾਡੇ ਲਈ ਇੱਕ ਚਿੰਨ੍ਹ ਆ ਕਿ ਸਾਡੇ ਜੀਵਨ 'ਚ ਕੈਸੇ ਵੀ ਹਾਲਾਤ ਆ ਜਾਣ, ਵਚਨ ਦੱਸਦਾ ਹੈ ਯਿਸੂ ਮਸੀਹ ਦੇ ਨਕਸ਼ੇ ਕਦਮ ਤੇ ਚੱਲਣਾ ਹੈ, ਜਿਹਦੇ ਵਿੱਚ ਉਹ ਜ਼ਿੰਦਗੀ ਆ। ਅਗਰ ਅਸੀਂ ਉਹਨੂੰ ਪਾਉਣਾ ਤੇ ਉਹਦੇ ਨਕਸ਼ੇ ਕਦਮ ਤੇ ਅਸੀਂ ਚੱਲਣਾ ਆ। ਤੇ ਨਕਸ਼ੇ ਕਦਮ ਤੇ ਚੱਲਣ ਦਾ ਮਤਲਬ ਇਹ ਹੈ ਵੀ ਸਾਡੇ ਜੀਵਨ ਦੇ ਵਿੱਚ ਇਹ ਵੀ ਹਾਲਾਤ ਆ ਸਕਦਾ, ਤੇ ਉੱਥੇ ਜਿਵੇਂ ਉਹਦਾ ਸਬਰ ਨਹੀਂ ਟੁੱਟਿਆ ਉਸੇ ਤਰ੍ਹਾਂ ਸਾਡਾ ਸਬਰ ਵੀ ਟੁੱਟੇ ਨਾ। ਇਹਦੇ ਨਾਲ ਹੋਊਗਾ ਕਿ ਸਬਰ ਸਾਰਿਆਂ ਦਾ ਬਰਾਬਰ ਨਹੀਂ ਹੈ, ਪਹਿਲਾਂ ਤਾਂ ਇਹ ਚੇਤਾ ਰੱਖੋ। ਹਰ ਸ਼ਖਸ ਦਾ ਸਬਰ ਬਰਾਬਰ ਨਹੀਂ, ਹਰ ਸ਼ਖਸ ਦਾ ਈਮਾਨ ਬਰਾਬਰ ਨਹੀਂ, ਹਰ ਸ਼ਖਸ ਦੀ ਦੁਆ ਦੀ ਜ਼ਿੰਦਗੀ ਬਰਾਬਰ ਨਹੀਂ, ਹਰ ਸ਼ਖਸ ਦੇ ਰੋਜ਼ੇ ਰੱਖਣ ਦਾ ਜਿਹੜਾ ਜਜ਼ਬਾ ਬਰਾਬਰ ਨਹੀਂ। ਯਾਨੀ ਕਿ ਕਿਸੇ ਦਾ ਵੀ ਤੁਲਨਾ ਨਹੀਂ ਇੱਕ ਦੂਜੇ ਨਾਲ ਕੀਤੀ ਜਾ ਸਕਦੀ। ਹਰੇਕ ਦੇ ਭਗਤੀ ਦੇ ਜੀਵਨ ਦੇ ਵਿੱਚ ਕੁਛ ਚੀਜ਼ਾਂ ਬਹੁਤ ਜ਼ਬਰਦਸਤ ਆ, ਕੁਛ ਚੀਜ਼ਾਂ ਘੱਟ ਹੈ। ਕਲੀਸਿਆ ਦਾ ਫਰਜ਼ ਕੀ ਆ, ਜਿਹਦੇ ਵਿੱਚ ਉਹ ਘੱਟ ਆ ਉਹਦੇ ਲਈ ਉਸ ਕਮੀ ਨੂੰ ਪਰਮੇਸ਼ਰ ਦੂਰ ਕਰੇ, ਉਹਦੇ ਲਈ ਦੁਆ ਕਰੇ, ਉਹਨੂੰ ਉਜਾਗਰ ਨਾ ਕਰੇ। ਫਰਜ਼ ਕੀ ਹੈ ਭਲਾ ਹਮੇਸ਼ਾ ਜ਼ਿੰਦਗੀ ਪਾਉਣ ਦਾ? ਕਿਸੇ ਦੀ ਗਲਤੀ ਨੂੰ ਅਸੀਂ ਨੰਗਿਆ, ਕਿਸੇ ਦੀ ਗਲਤੀ ਨੂੰ ਨੰਗਿਆ ਨਹੀਂ ਕਰਨਾ, ਬਲਕਿ ਉਹਦੇ ਉੱਤੇ ਪਰਦਾ ਪਾ ਕੇ ਪਰਮੇਸ਼ਵਰ ਦੇ ਅੱਗੇ ਇਹ ਪ੍ਰਾਰਥਨਾ ਕਰਨੀ ਹੈ। ਨਾਲ ਕੀ ਕਰਨਾ? ਉਹਨੂੰ ਸਮਝਾਉਣਾ ਹੈ। ਕੀ ਲਿਖਿਆ? ਉਹਨੂੰ ਇਕੱਲਿਆਂ ਜਾ ਕੇ ਸਮਝਾ। ਪਹਿਲਾਂ ਇਹ ਫਰਜ਼ ਪੂਰੇ ਕਰਨੇ, ਪਰ ਉਹ ਦੂਜੇ ਜਿਹੜੇ ਉੱਦਾਂ ਦੇ ਲੋਕ ਆ ਉਹ ਫਿਰ ਉਸ ਗੱਲ ਨੂੰ ਕਰ ਦਿੰਦੇ, ਉਹਨਾਂ ਦੇ ਇਹਨਾਂ ਕੰਮਾਂ ਨੂੰ ਨੰਗਿਆਂ ਕਰੋ, ਉਹ ਵੀ ਕਰਨੇ ਆ, ਪਰ ਉਹ ਕਿਹਨਾਂ ਦੇ ਕਰਨੇ ਆ ਪਹਿਲਾਂ ਉਹਨੂੰ ਵੀ ਸਿੱਖਣ ਦੀ ਜ਼ਰੂਰਤ ਆ। ਸੋ ਪਹਿਲਾ ਫਰਜ਼ ਕੀ ਹੈ? ਅਸੀਂ ਇੱਕ ਦੂਸਰੇ ਦੇ ਕੀ ਆ? ਅੰਗ ਆ। ਜੇ ਉਂਗਲੀ ਦੇ ਉੱਤੇ ਸੱਟ ਲੱਗੇ ਤੇ ਦਰਦ ਸਾਰਾ ਸਰੀਰ ਮਹਿਸੂਸ ਕਰਦਾ ਹੈ, ਤੇ ਉਂਗਲੀ ਫਿਰ ਕਿਹਦੀ ਹੈ ਭਲਾ? ਉਂਗਲੀ ਸਾਡੀ ਕੀ ਹੈ ਭਲਾ? ਆਪਣੀ ਆ। ਬੇਸ਼ੱਕ ਸਭ ਤੋਂ ਛੋਟੀ ਹੈ, ਲੇਕਿਨ ਕੀ ਹੈ? ਸਾਡੀ ਆਪਣੀ ਆ। ਤੇ ਜੇ ਇਹਨੂੰ ਕੋਈ ਪ੍ਰੋਬਲਮ ਹੈ ਤੇ ਸਾਡੇ ਸਾਰਿਆਂ ਦਾ ਕੀ ਫਰਜ਼ ਬਣਦਾ? ਇਹਦੀ ਬਿਹਤਰੀ ਦੀ ਤਰੱਕੀ ਲਈ ਕੀ ਕਰੀਏ? ਇਹਦੀ ਬਿਹਤਰੀ ਤਰੱਕੀ ਲਈ ਕੀ ਕਰਨੀ ਭਲਾ? ਦੁਆ ਕਰਨੀ ਹੈ, ਤਾਂ ਕਿ ਇਹ ਸਲਾਮਤ ਰਹੇ। ਜੇ ਇਹ ਸਲਾਮਤ ਹੈ ਤੇ ਸਾਰਾ ਬਦਨ ਹੀ ਸਲਾਮਤ ਹੈ। ਸੋ ਦੇਖਾਂਗੇ ਕਿ ਸਕੇਤ ਆ ਉਹ ਫਾਟਕ, ਹੈ ਨਾ, ਤੇ ਕਠਿਨ ਆ ਉਹ ਰਾਹ ਜਿਹੜਾ ਕਿੱਧਰ ਨੂੰ ਜਾਂਦਾ ਭਲਾ? ਜੀਵਨ ਨੂੰ ਪਹੁੰਚਦਾ, ਜਿਹੜਾ ਜੀਵਨ ਤੱਕ ਪਹੁੰਚਦਾ ਹੈ। ਔਰ ਥੋੜੇ ਹੈ ਜੋ ਉਸੇ ਪਾਤੇ हैं। ਤੇ ਉਹ ਅਸੀਂ ਦੇਖਦੇ ਹਾਂ ਅੱਜ ਵੀ ਖੁੱਲੇ ਰਾਹ ਤੇ ਸਾਰੇ ਜਾਣ ਲਈ ਤਿਆਰ ਆ, ਲੇਕਿਨ ਜਿਹੜਾ ਤੰਗ ਆ ਤੇ ਕਠਿਨ ਆ ਇਹਨੂੰ ਚੁਣਨ ਦੇ ਲਈ ਬਹੁਤ ਘੱਟ ਲੋਕ ਆ। ਤੇ ਕਨਾਨ ਦੇ ਵਿੱਚ ਉਹੋ ਹੀ ਪਹੁੰਚੇ ਸੀ ਜਿਨ੍ਹਾਂ ਨੇ ਇਹਨੂੰ ਚੁਣਿਆ ਸੀ। ਹਾਲੇਲੂਇਆ। ਕਨਾਨ ਦੇ ਵਿੱਚ ਪਹੁੰਚਣਾ ਹੈ ਤੇ ਫਿਰ ਕੀ ਕਰਨਾ ਪੈਣਾ? ਕਠਿਨ ਰਾਹ ਨੂੰ ਚੁਣਨਾ ਪੈਣਾ ਹੈ। ਜੇ ਚੁਣਾਂਗੇ ਤੇ ਫਿਰ ਉੱਥੇ ਦਾਖਲ ਹੋਵਾਂਗੇ, ਚੁਣਾਂਗੇ ਨਹੀਂ ਤੇ ਫਿਰ ਮੁਸ਼ਕਿਲ ਆ। ਸੋ ਪਹਿਲਾ ਪੁਆਇੰਟ ਕੀ ਅਸੀਂ ਸਮਝਣਾ ਆ? ਜਿਹੜੀ ਹਮੇਸ਼ਾ ਦੀ ਜ਼ਿੰਦਗੀ ਦਾ ਵਾਅਦਾ ਆ, ਇਹ ਜ਼ਿੰਦਗੀ ਤੰਗ ਰਸਤਾ ਹੈ ਤੇ ਕਠਿਨ ਆ।
ਲੇਕਿਨ ਜਦੋਂ ਉਹਦਾ ਫਜ਼ਲ ਨਾਲ ਆ ਫਿਰ ਇਹ ਕਠਿਨ ਨਹੀਂ ਹੈ। ਜੇ ਉਹਦੇ ਅਨੁਗ੍ਰਹਿ ਦੇ ਥੱਲੇ ਜੀਵਨ ਗੁਜ਼ਾਰ ਰਹੇ ਆ ਤੇ ਫਿਰ ਕੋਈ ਔਖੀ, ਜੇ ਉਹਦੇ ਅਨੁਗ੍ਰਹਿ ਤੋਂ ਬਿਨਾਂ ਕੋਸ਼ਿਸ਼ ਕਰਾਂਗੇ ਤੇ ਫਿਰ ਔਖਾ ਹੀ ਔਖਾ ਹੈ। ਜਿੱਦਾਂ ਤੁਸੀਂ ਕਹੇ ਸੁਣਿਆ, ਕਹਿ ਦਿੰਦੇ ਆ ਵੀ ਤਲੀਮ ਤੇ ਇਹ ਜੋ ਕਹਿੰਦੇ ਸਹੀ ਆ, ਪਰ ਇਹ ਤੇ ਚੱਲਣਾ ਬਹੁਤ ਔਖਾ ਆ। ਇਹਦਾ ਮਤਲਬ ਨਾ ਪਤਾ ਲੱਗ ਗਿਆ ਤਲੀਮ ਠੀਕ ਆ ਪਰ ਚੱਲਣਾ ਔਖਾ ਆ। ਸੋ ਜੇ ਚੱਲਣਾ ਔਖਾ ਆ ਤੇ ਫਿਰ ਨਾ ਚੱਲੋ। ਕੋਈ ਤਲਵਾਰ ਥੋੜੀ ਰੱਖੀ ਹੈ। ਜੇ ਤੇ ਚੱਲਣਾ ਔਖਾ ਲੱਗਦਾ ਫਿਰ ਨਾ ਚੱਲੋ, ਪਰ ਜੇ ਚੱਲਣਾ ਆ ਤੇ ਫਿਰ ਤੰਗ ਆ ਤੇ ਪਰਵਾਹ ਨਹੀਂ ਕਰਨੀ, ਇਕੱਠੇ ਨੇ ਆ ਤੇ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮਸੀਹ ਨਾਲ ਚੱਲਣ ਵਾਲੇ ਇਸ ਦੁਨੀਆ ਵਿੱਚ ਦੋ ਤਰੀਕੇ ਦੇ ਲੋਕ ਪਾਏ ਜਾਂਦੇ ਆ। ਇਹ ਅਸੀਂ ਸੁਣਿਆ ਸੀ, ਸਿੱਖਿਆ ਸੀਗਾ। ਇੱਕ ਉਹ ਜਿਹੜੇ ਅਨੰਤ ਜੀਵਨ ਦੀ ਆਸ਼ਾ ਰੱਖਦੇ, ਤੇ ਦੂਸਰੇ ਕਿਹੜੇ ਆ? ਉਹ ਜਿਨ੍ਹਾਂ ਨੂੰ ਸਿਰਫ ਇਸ ਜੀਵਨ ਨਾਲ ਮਤਲਬ। ਸੋ ਵੀ ਅੱਜ ਅਸੀਂ ਸੰਸਾਰ ਦੇ ਵਿੱਚ ਸਾਫ਼ ਤਰੀਕੇ ਦੇ ਨਾਲ ਦੇਖਦੇ ਹਾਂ, ਜਿਹੜੇ ਸਿਰਫ ਇਸ ਸੰਸਾਰ ਦੇ ਵਿੱਚ ਇਸ ਲਈ ਆਏ ਆ, ਜਿਨ੍ਹਾਂ ਨੂੰ ਇਸ ਜੀਵਨ ਨਾਲ ਮਤਲਬ ਹੈ। ਉਹਨਾਂ ਬਾਰੇ ਵਚਨ ਕੁਛ ਇਸ ਪ੍ਰਕਾਰ ਦੱਸਦਾ। ਅਸੀਂ ਇਹ ਵੀ ਸਿੱਖ ਲਿਆ ਸੀਗਾ, ਪਹਿਲਾ ਕਰੰਥੀਆਂ 15 ਅਧਿਆय ਉਹਦੀ 19 ਆਇਤ ਦੇ ਵਿੱਚ, यदि हम केवल इसी जीवन में मसीह से आशा रखते हैं तो हम सब मनुष्यों से अधिक अभागे हैं, बद नसीब हैं ਜੇ ਅਸੀਂ ਇਸੇ ਜੀਵਨ 'ਚ ਆਸ਼ਾ ਰੱਖ ਕੇ। ਇਹਦਾ ਮਤਲਬ ਕਿਹੜੇ ਜੀਵਨ 'ਚ ਆਸ਼ਾ ਰੱਖਣੀ ਆ? ਜਿਸ ਜੀਵਨ ਦੇ ਬਾਰੇ ਪਤਰਸ ਕਹਿੰਦਾ ਹਮੇਸ਼ਾ ਦੇ ਜੀਵਨ ਦੀਆਂ ਗੱਲਾਂ ਤੇ ਤੇਰੇ ਕੋਲ ਆ, ਤੇ ਅਸੀਂ ਇਸ ਜੀਵਨ ਨੂੰ ਛੱਡ ਕੇ ਫਿਰ ਕਿੱਥੇ ਜਾਈਏ? ਦੂਜਾ ਸ਼ਬਦ ਇਹ ਆ, ਹਕੀਕੀ ਸ਼ਬਦ ਕੀ ਹੈ ਭਲਾ? ਅਸੀਂ ਫਿਰ ਇਸ ਜੀਵਨ ਨੂੰ ਛੱਡ ਕੇ ਕਿੱਥੇ ਜਾਈਏ? ਅਸੀਂ ਤਾਂ ਆਪਣਾ ਸਾਰਾ ਕੰਮਕਾਰ ਛੱਡ ਕੇ ਤੂੰ ਆਵਾਜ਼ ਦਿੱਤੀ ਤੇ ਤੇਰੇ ਮਗਰ ਆਏ ਆ। ਇਸੇ ਲਈ ਤਾਂ ਆਏ ਆ ਨਾ ਵੀ ਅਸੀਂ ਇਸ ਜੀਵਨ ਨੂੰ ਚਾਹੁੰਦੇ ਹਾਂ। ਇਸ ਜੀਵਨ ਦੇ ਕਾਨੂੰਨ ਜਦੋਂ ਉਹਨੇ ਪੜਾਉਣੇ ਸ਼ੁਰੂ ਕੀਤੇ ਤਾਂ ਅਸੀਂ ਜਾਣਦੇ ਹਾਂ ਵੀ ਜਿਹੜੇ 70 ਸੀ ਨਾ, ਉਹ ਠੋਕਰ ਖਾ ਕੇ ਚਲੇ ਗਏ। ਕਹਿੰਦੇ ਕੰਮ ਔਖਾ। ਅੱਜ ਵੀ ਇਦਾਂ ਹੀ ਹੈ, ਇਦਾਂ ਠੋਕਰ ਖਾ ਕੇ ਚਲੇ ਜਾਂਦੇ। ਪਰ ਜਿਹਨਾਂ ਨੂੰ ਬਚਨ ਦੀ ਕਦਰ ਆ, ਉਹਨਾਂ ਨੂੰ ਪਤਾ ਆ ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਕਿਹੋ? ਯਿਸੂ ਮਸੀਹ। ਉਹ ਕਦੇ ਨਹੀਂ ਜਾਂਦੇ। ਫਿਰ ਉਹ ਤੇ ਮਰ ਜਾਣਗੇ, ਪਰ ਜਾਣਗੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਆ ਉਸ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਦੇ ਲਈ ਜੇ ਇਹ ਜ਼ਿੰਦਗੀ ਵੀ ਕੁਰਬਾਨ ਹੋ ਜਾਵੇ ਤੇ ਥੋੜੀ ਹੈ। ਇਸ ਲਈ ਲਿਖਿਆ, ਜਿਹਨੂੰ ਉਹ ਅਨਮੋਲ ਧਨ, ਉਹ ਖਜ਼ਾਨਾ ਮਿਲ ਗਿਆ ਨਾ, ਜਿਹਨੂੰ ਉਹ ਅਨਮੋਲ ਮੋਤੀ ਮਿਲ ਗਿਆ, ਉਹਨੇ ਆਪਣਾ ਸਭ ਕੁਝ ਹੀ ਵੇਚ ਦਿੱਤਾ। ਉਸੇ ਤਰ੍ਹਾਂ ਜਿਹਨੂੰ ਇਸ ਹਮੇਸ਼ਾ ਦੀ ਜ਼ਿੰਦਗੀ ਦੀ ਕਦਰ ਹੋ ਜਾਂਦੀ ਆ, ਉਹਦਾ ਫਿਰ ਇਸ ਜੀਵਨ ਦੇ ਨਾਲ ਕੋਈ ਲੈਣਾ ਦੇਣਾ ਰਹਿੰਦਾ ਨਹੀਂ ਹੈ। ਤੇ ਉਹ ਪੌਲੁਸ ਕਹਿੰਦਾ ਮੈਂ ਜੀਂਦਾ ਹੈਗਾ ਸਰੀਰ ਦੇ ਵਿੱਚ, ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹਨੂੰ ਚੁਣਾ ਵੀ ਇਹਨੂੰ ਤਿਆਗ ਛੱਡ ਕੇ, ਤੇ ਮਤਲਬ ਕਹਿੰਦਾ ਭਾਵ ਜਾਵਾਂ ਪ੍ਰਭੂ ਦੇ ਕੋਲ, ਜਾਂ ਕਿ ਕਲੀਸਿਆ ਦੀ ਬਿਹਤਰੀ ਦੇ ਲਈ ਇਸ ਸਰੀਰ ਵਿੱਚ ਰਹਿਣਾ ਮੇਰਾ ਜ਼ਰੂਰੀ ਹੈ। ਤੇ ਜੇ ਇਹ ਜ਼ਰੂਰੀ ਹੈ ਤੇ ਫਿਰ ਮੈਨੂੰ ਨਹੀਂ ਪਤਾ ਮੈਂ ਕਿਹਨੂੰ ਚੁਣਾ। ਸੋ ਇਸੇ ਤਰ੍ਹਾਂ ਅਸੀਂ ਸਭ ਨੇ ਸਮਝਣਾ ਆ ਵੀ ਸਾਡੀ ਦੌੜ ਤੇ ਇਹ ਆ ਵੀ ਅਸੀਂ ਮੁਕੰਮਲ ਹੋਈਏ ਤੇ ਪ੍ਰਭੂ ਸਾਨੂੰ ਲੈ ਜਾਵੇ। ਅਸਲ ਮਕਸਦ ਕੀ ਹੈ ਭਲਾ? ਪ੍ਰਭੂ ਸਾਨੂੰ ਲੈ ਜਾਵੇ। ਤੇ ਲਿਜਾਣਾ ਉਹਨੇ ਕਦੋਂ? ਜਦੋਂ ਸਾਡੀ ਦੌੜ ਪੂਰੀ ਹੋਵੇਗੀ। ਤੇ ਇਹ ਨਾ ਹੋਵੇ ਅਧੂਰੀ ਦੌੜ 'ਚ ਅਸੀਂ ਚਲੇ ਜਾਈਏ। ਇੱਕ ਤਾਂ ਉਹਨੇ ਲੈ ਕੇ ਜਾਣਾ ਆ, ਤੇ ਇੱਕ ਸਾਨੂੰ ਜਾਣਾ ਪਵੇ। ਜੇ ਸਾਨੂੰ ਜਾਣਾ ਪਿਆ ਤੇ ਫਿਰ ਸਾਡੇ ਲਈ ਦੁਖਦਾਇਕ ਗੱਲ ਆ, ਪਰ ਜੋ ਲੈ ਕੇ ਜਾਵੇ ਤੇ ਫਿਰ ਸਾਡੇ ਲਈ ਖੁਸ਼ ਨਸੀਬੀ ਹੈ। ਹਾਲੇਲੂਇਆ। ਤੇ ਦੌੜ ਫਿਰ ਅਸੀਂ ਕੀ ਕਰਦੇ ਹਾਂ? ਇਹ ਲਾਈਏ ਵੀ ਉਹ ਅੱਜ ਵੀ ਆ ਜਾਵੇ ਤੇ ਸਾਡੀ ਦੌੜ ਕੀ ਹੋਵੇ ਭਲਾ? ਪੂਰੀ ਹੋਵੇ, ਤਾਂ ਕਿ ਸਾਨੂੰ ਉਹ ਲੈ ਕੇ ਜਾਵੇ। ਸੋ ਅਸੀਂ ਦੇਖਦੇ ਹਾਂ ਅਨੰਤ ਜੀਵਨ ਨੂੰ ਪਾਉਣ ਲਈ ਬਹੁਤ ਵੱਡੇ ਤਿਆਗ ਦੀ ਜ਼ਰੂਰਤ ਆ, ਲੇਕਿਨ ਇਸ ਛੋਟੇ ਜਿਹੇ ਸੰਸਾਰਿਕ ਜੀਵਨ ਨੂੰ ਜਿਉਣ ਲਈ ਕੋਈ ਤਿਆਗ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਅਨੰਤ ਜੀਵਨ ਮਸੀਹ ਪ੍ਰਭੂ ਯਿਸੂ ਵਿੱਚ ਛੁਪਿਆ ਹੋਇਆ ਹੈ। ਕਿਹੜੇ ਛੁਪਿਆ ਹੋਇਆ? ਮਸੀਹ ਯਿਸੂ ਵਿੱਚ। ਪਹਿਲੀ ਗੱਲ ਨੂੰ ਪਹਿਲਾਂ ਕਲੀਅਰ ਕਰ। ਲੇਕਿਨ ਇਸ ਛੋਟੇ ਜਿਹੇ ਸੰਸਾਰਿਕ ਜੀਵਨ ਨੂੰ ਜਿਉਣ ਲਈ ਕੋਈ ਤਿਆਗ ਕਰਨ ਦੀ ਜ਼ਰੂਰਤ, ਇਹ ਜਿਹੜਾ ਅਸੀਂ ਜੀ ਰਹੇ 'ਚ ਕੋਈ ਤਿਆਗ ਦੀ ਜ਼ਰੂਰਤ ਨਹੀਂ ਹੈ, ਲੇਕਿਨ ਉਹਦੇ ਲਈ ਬੜਾ ਕੁਛ ਕਰਨ ਦੀ ਜ਼ਰੂਰਤ ਹੈ। ਇਹ ਅਨੰਤ ਜੀਵਨ ਜਿਸ ਮਸੀਹ ਪ੍ਰਭੂ ਯਿਸੂ ਵਿੱਚ ਛੁਪਿਆ ਹੋਇਆ ਹੈ, ਅਸੀਂ ਪਹਿਲਾਂ ਉਸ ਵੱਲੋਂ ਕੀਤੇ ਤਿਆਗ ਨੂੰ ਸਮਝਾਂਗੇ। ਜਿਹਦੇ ਵਿੱਚ ਇਹ ਜੀਵਨ ਹੈ ਨਾ, ਉਹਦੇ ਤਿਆਗ ਨੂੰ ਪਹਿਲਾਂ ਸਮਝੀਏ। ਤੇ ਜਿਹਨੇ ਇਹ ਜੀਵਨ ਦਿੱਤਾ, ਜੇ ਉਹਦਾ ਐਡਾ ਵੱਡਾ ਤਿਆਗ ਸੀ,
ਤੇ ਉਹਨੇ ਇਹ ਤਿਆਗ ਇਸ ਲਈ ਨਹੀਂ ਕੀਤਾ ਕਿ ਇਹਦੇ ਵਿੱਚ ਉਹਦਾ ਕੋਈ ਫਾਇਦਾ ਆ। ਸਭ ਤੋਂ ਪਹਿਲਾਂ ਕੀ ਸਮਝਾਂਗੇ, ਯਿਸੂ ਮਸੀਹ ਨੇ ਕੁਰਬਾਨੀ ਦਿੱਤੀ ਆ ਤੇ ਕੁਰਬਾਨੀ ਦੇਣ 'ਚ ਉਹਦਾ ਕੋਈ ਫਾਇਦਾ ਨਹੀਂ ਹੈ, ਬਲਕਿ ਉਹ ਜਿੰਨੀ ਜ਼ਿੱਲਤ ਸਹਿ ਕੇ ਗਿਆ ਉਹ ਕਾਹਦੇ ਲਈ ਹੈ ਭਲਾ? ਸਾਡੇ ਲਈ। ਕਾਹਦੇ ਲਈ ਭਲਾ? ਅਸੀਂ ਉਹ ਜ਼ਿੰਦਗੀ ਨੂੰ ਪਾਈਏ ਜਿਹਦੇ ਲਈ ਉਹਨੇ ਜ਼ਿੱਲਤ ਸਹੀ ਹੈ। ਸੋ ਲਿਖਿਆ ਫਿਲਿੱਪੀਓ ਦਾ ਖੱਤ 2 ਅਧਿਆਏ ਉਹਦੀ 6 ਤੋਂ 8 ਆਇਤ ਵਿੱਚ। ਫਿਲਿੱਪੀਓ ਦਾ ਖੱਤ 2 ਅਧਿਆਏ 6 ਤੋਂ 8 आयत पढ़ांगे। जिसने परमेश्वर के स्वरूप में होकर भी, जिसने परमेश्वर के स्वरूप में होकर भी परमेश्वर के तुल्य होने को अपने वश में रखने की वस्तु ना समझा। हाँ जी, की है भला? परमेश्वर के स्वरूप विच हुंदियां होयां भी की लिखिया? परमेश्वर के तुल्य होने को अपने वश में रखने की वस्तु ना समझा। हैगा ਉਹਦੇ स्वरूप ਦੇ ਵਿੱਚ, हैगा ਉਹਦੇ ਤੁੱਲ ਵੀ ਆ, ਪਰ ਜੇ ਉਹਦੇ ਤੁੱਲ ਰੱਖਦਾ ਹੈ ਤੇ ਫਿਰ ਉਹ ਸਭ ਕੁਝ ਉਹ ਕਰ ਨਹੀਂ ਸਕਦਾ ਜੋ ਕਰਕੇ ਗਿਆ ਹੈ। ਤੇ ਫਿਰ ਇਸ ਕਰਕੇ ਕੀ ਕੀਤਾ ਹੈ ਉਹਨੇ ਆਪਣੇ ਆਪ ਨੂੰ ਫਿਰ ਉਹਦੇ ਤੁੱਲ ਰੱਖਣਾ, ਆਪਣੇ ਕਬਜ਼ੇ 'ਚ ਰੱਖਣਾ ਨਾ ਜਾਣਿਆ। ਉਹਦੇ ਤੁੱਲ ਹੋਣਾ ਆਪਣੇ ਕਬਜ਼ੇ 'ਚ ਰੱਖਣਾ ਨਾ ਜਾਣਿਆ, ਵਰਨ ਆਪਣੇ ਆਪ ਕੋ ਐਸਾ ਸ਼ੂन्य ਕਰ ਦਿਆ। ਕੀ ਕੀਤਾ ਭਲਾ? ਜਿਹਦੇ ਵਿੱਚ ਉਹ ਹਮੇਸ਼ਾ ਦੀ ਜ਼ਿੰਦਗੀ ਆ, ਜਿਹਦੇ ਦੁਆਰਾ ਸਾਨੂੰ ਇਹ ਜ਼ਿੰਦਗੀ ਮਿਲੀ ਆ, ਉਹਨੇ ਸਾਨੂੰ ਇਹ ਜ਼ਿੰਦਗੀ ਦੇਣ ਦੇ ਲਈ ਆਪਣੇ ਆਪ ਨੂੰ ਕੀ ਕੀਤਾ? ਬੋਲੋ ਸਾਰੇ, ਕੀ ਕੀਤਾ ਜੀ? ਸਾਨੂੰ ਜ਼ਿੰਦਗੀ ਦੇਣ ਦੇ ਲਈ ਉਹਨੇ ਆਪਣੇ ਆਪ ਨੂੰ ਸਖਣਾ ਕੀਤਾ। ਜਿਹਦੇ ਵਿੱਚ ਜ਼ਿੰਦਗੀ, ਜਿਹਨੇ ਸਾਨੂੰ ਜ਼ਿੰਦਗੀ ਦਿੱਤੀ, ਉਹਨੇ ਇਸ ਜ਼ਿੰਦਗੀ ਨੂੰ ਸਾਨੂੰ ਦੇਣ ਦੇ ਲਈ ਆਪਣੇ ਆਪ ਨੂੰ ਸਖਣਾ ਕੀਤਾ। ਅਸੀਂ ਜਿਹਨਾਂ ਨੇ ਹੁਣ ਪਾਉਣੀ ਆ, ਅਸੀਂ ਕੀ ਕਰੀਏ? ਜੇ ਦੇਣ ਵਾਲੇ ਨੇ ਸਖਣਾ ਕੀਤਾ ਤੇ ਫਿਰ ਸਾਨੂੰ ਵੀ ਸਖਣਾ ਕਰਨਾ, ਫਿਰ ਸਾਨੂੰ ਵੀ ਆਪਣੇ ਆਪ ਨੂੰ ਇਸ ਸੰਸਾਰ 'ਚ ਕੀ ਕਰਨਾ ਪੈਣਾ? ਜ਼ੀਰੋ। ਕਿਉਂਕਿ ਇਹ ਇੱਦਾਂ ਮਿਲਣ ਵਾਲੀ ਨਹੀਂ, ਇੱਦਾਂ ਮਿਲਣ ਵਾਲੀ ਨਹੀਂ ਹੈ। ਇਸ ਲਈ ਉਹ ਕਹਿੰਦਾ ਆ, ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਆ ਉਹ ਆਪਣੇ ਮਾਂ-ਬਾਪ ਦਾ ਇਨਕਾਰ ਕਰੇ, ਆਪਣੇ ਭੈਣ ਭਰਾਵਾਂ ਦਾ ਇਨਕਾਰ ਕਰੇ, ਈਵਨ ਇੱਥੋਂ ਤੱਕ ਉਹ ਆਪਣੇ ਆਪ ਦਾ ਵੀ ਇਨਕਾਰ ਕਰੇ। ਇਨਕਾਰ ਕਰਨ ਤੋਂ ਭਾਵ ਮੇਰਾ ਹੁਣ ਕੁਛ ਵੀ ਨਹੀਂ ਹੈ ਇਸ ਸੰਸਾਰ ਦੇ ਵਿੱਚ, ਮੈਂ ਹੈਗਾ ਹੀ ਨਹੀਂ ਹਾਂ। ਮਸੀਹੀ ਜੀਵਨ ਇਸ ਚੀਜ਼ ਦਾ ਪ੍ਰਤੀਕ ਹੈ ਕਿ ਮੈਂ ਸਿਰਫ ਖਾਲੀ ਮਿੱਟੀ ਹਾਂ ਤੇ ਇਸ ਮਿੱਟੀ ਨੂੰ ਮੈਂ ਇਹਦੇ ਕਰਤਾ ਦੇ ਹਵਾਲੇ ਕਰਨਾ ਹੈ ਤੇ ਕਰਤਾ ਫਿਰ ਇਹਨੂੰ ਜਿਹੜਾ ਵੀ ਰੂਪ ਦੇਵੇ ਉਹ ਕਬੂਲ ਆ। हालेलुया। इसलिए की लिखा, वर्ण अपने आप को ऐसा शून्य कर दिया और दास का स्वरूप धारण किया। किसने? परमेश्वर ने इंसान के रूप दे विच किहदा रूप अपने कीता, दास स्वरूप धारण किया। उपरली लाइन च फिर आ जाने आ, जिसने परमेश्वर के स्वरूप में होकर भी, हैगा की है? परमेश्वर का स्वरूप। ਤੇ ਕਿਹੜੇ ਸਵਰੂਪ ਦੇ ਚ ਆਇਆ? ਦਾਸ ਦੇ। दास ਦੇ स्वरूप ਨੂੰ ਧਾਰਨ ਕੀਤਾ और मनुष्य की समानता में हो गया। ਇਹ ਮਨੁੱਖ ਦੀ ਸਮਾਨਤਾ ਦੇ ਵਿੱਚ ਹੋਣ ਦੇ ਪਿੱਛੇ ਦਾ ਉਹਦਾ ਕਾਰਨ ਹੀ ਸਿਰਫ ਇੰਨਾ ਸੀਗਾ ਕਿ ਚਾਹੁੰਦਾ ਤੇ ਇਹ ਸੀ ਵੀ ਇਹ ਉਹਦੀ ਸਮਾਨਤਾ ਦੇ ਵਿੱਚ ਹੋਵੇ। ਜਦੋਂ ਇਹ ਸਾਰੇ ਕਾਨੂੰਨਾਂ ਨਿਯਮਾਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹਦੀ ਸਮਾਨਤਾ ਦੇ ਵਿੱਚ ਨਾ ਹੋ ਸਕਿਆ, ਫਿਰ ਇਹ ਉਹਦੀ ਸਮਾਨਤਾ ਦੇ ਵਿੱਚ ਹੋਇਆ, ਪਰ ਉਹਦੀ ਸਮਾਨਤਾ ਦੇ ਵਿੱਚ ਆ ਕੇ ਵੀ ਨਿਸ਼ਕਲੰਕ ਨਿਸ਼ਪਾਪ ਰਿਹਾ। ਤੇ ਇਹ ਇਹਦੀ ਸਮਾਨਤਾ ਦੇ ਵਿੱਚ ਇਸ ਕਰਕੇ ਆਇਆ ਵੀ ਇਹਨੂੰ ਆਪਣੀ ਸਮਾਨਤਾ ਦੇ ਵਿੱਚ ਬਣਾ ਸਕੇ। ਇਹਦੀ ਸਮਾਨਤਾ 'ਚ ਆਉਣ ਦੇ ਪਿੱਛੇ ਦਾ ਕਾਰਨ ਕੀ ਹੈ? ਪਰਮੇਸ਼ਰ ਮਨੁੱਖ ਕਾਹਲੀ ਬਣਿਆ ਤਾਂ ਕਿ ਇਹਨੂੰ ਪਰਮੇਸ਼ਵਰ ਬਣਾ ਸਕੇ। ਹਾਲੇਲੂਇਆ। ਤੇ ਅਸੀਂ ਗੌਰ ਕਰੀਏ ਵੀ ਕਿ ਜਿਹੜਾ ਸਾਨੂੰ ਪਰਮੇਸ਼ਵਰ ਬਣਾਉਣ ਦੇ ਲਈ ਆਇਆ,
ਕੀ ਅਸੀਂ ਅਜੇ ਤੱਕ ਮਨੁੱਖ ਵੀ ਹਾਂ? ਤੇ ਜੇ ਨਹੀਂ ਤੇ ਫਿਰ ਅਸੀਂ ਕੀ ਹਾਂ? ਕਿਉਂਕਿ ਸਾਡੇ ਲਈ ਤਾਂ ਹੁਣ ਮਾਫੀ ਦਾ ਵੀ ਕੋਈ ਸਿਸਟਮ ਬਾਕੀ ਨਹੀਂ ਹੈ। ਸਾਡੇ ਲਈ ਪੱਲਾ ਝਾੜਨ ਦਾ ਵੀ ਕੋਈ ਸਿਸਟਮ ਬਾਕੀ, ਸਾਡੇ ਕੋਲ ਹੁਣ ਕੋਈ ਬਹਾਨਾ ਨਹੀਂਗਾ, ਕਿਉਂਕਿ ਅਸੀਂ ਸੁਣ ਲਿਆ। ਕਹਿੰਦਾ ਜੇ ਤੇ ਤੁਸੀਂ ਇਹ ਨਾ ਸੁਣਿਆ ਹੁੰਦਾ ਤੇ ਫਿਰ ਤੇ ਕੋਈ ਛੁਟਕਾਰਾ ਹੈਗਾ ਸੀ, ਪਰ ਹੁਣ ਤੇ ਤੁਸੀਂ ਉਹ ਵਚਨ ਜਿਹਦੇ ਵਿੱਚ ਜ਼ਿੰਦਗੀ ਹੈ, ਹੁਣ ਤੇ ਤੁਸੀਂ ਉਹ ਵਚਨ ਸੁਣ ਲਿਆ ਆ, ਤੇ ਹੁਣ ਤੇ ਤੁਸੀਂ ਪਰਮੇਸ਼ਵਰ ਦੇ ਉਹ ਸਾਰੇ ਕੰਮ ਵੀ ਦੇਖ ਲਏ ਜਿਹੜੇ ਮੈਂ ਕੀਤੇ ਆ। ਤੇ ਉਹ ਜਿਹੜੇ ਕੰਮ ਮੈਂ ਕੀਤੇ ਆ ਉਹ ਸਿਵਾਏ ਪਰਮੇਸ਼ਵਰ ਤੋਂ ਕੋਈ ਦੂਜਾ ਕਰ ਵੀ ਸਕਦਾ? ਤੇ ਇਹ ਤੋਂ ਤੁਹਾਨੂੰ ਸਮਝਣਾ ਚਾਹੀਦਾ ਵੀ ਮੈਂ ਕੌਣ ਆ। ਆਪ ਹੀ ਕਹਿੰਦੇ ਕਿ ਜਨਮ ਦੇ ਅੰਨੇ ਦੀਆਂ ਅੱਖਾਂ ਸਿਵਾਏ ਪਰਮੇਸ਼ਵਰ ਤੋਂ ਕੋਈ ਦੂਜਾ ਖੋਲ ਸਕਦਾ? ਆਪ ਮੰਨ ਵੀ ਲਿਆ, ਲੇਕਿਨ ਫਿਰ ਵੀ ਮੰਨਿਆ ਨਹੀਂ ਹੈ। ਇਸ ਲਈ ਫਿਰ ਉਹਨਾਂ ਤੇ ਸਾਖੀ ਦਿੰਦਾ, ਕੀ ਕਹਿੰਦਾ? ਤੁਸੀਂ ਪਰਮੇਸ਼ਵਰ ਦੇ ਕੰਮ ਵੀ ਦੇਖ ਲਏ ਆ, ਤੇ ਤੁਸੀਂ ਉਹ ਜ਼ਿੰਦਗੀ ਦਾ ਵਚਨ ਵੀ ਸੁਣ ਲਿਆ ਆ। ਹੁਣ ਤੁਹਾਡੇ ਕੋਲ ਕੋਈ ਬਹਾਨਾ ਨਹੀਂ ਹੈ। ਅੱਗੇ ਲਿਖਿਆ, ਔਰ ਮਨੁष्य के रूप में प्रगट होकर, ਕਿਹਦੇ ਰੂਪ ਦੇ ਚ ਜੀ? ਉੱਪਰ ਫੇਰ ਚੱਲ ਜਾਂਦੇ ਆ। ਸਵਰੂਪ ਕਿਹਦੇ ਵਿੱਚ ਸੀਗਾ? ਪਰਮੇਸ਼ਵਰ ਦੇ। ਕਿਹਦਾ ਸਵਰੂਪ ਧਾਰਨ ਕੀਤਾ? ਦਾਸ ਦਾ। ਅਗਲੀ ਹੀਰੋ ਲਾइन ਕੀ ਬਣ ਗਈ? मनुष्य के रूप में प्रगट होकर अपने आप को दीन किया। की किया जी? दीन की। बोलो था की किया? दीन की। कुर्बानी ते कुर्बानी हो रही है। एडियां वड्डियां कुर्बानियां साडे नजात देहिंदा साडे प्रभु ने साडे लिए कीतियां। ਅਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੀਏ, ਅਸੀਂ ਕਿੱਥੇ ਖੜੇ ਹਾਂ। ਤੇ ਕਿਤੇ ਇਹ ਤੇ ਨਹੀਂ ਵਾਕਿਆ ਅਸੀਂ ਇਸ ਦੁਨੀਆ ਦੇ ਭਾਗਿਆਂ ਦੇ ਵਿੱਚ ਹੀ ਨਾ ਹੋਈਏ, ਕਿਤੇ ਦੁਨੀਆ ਦੇ ਅਸੀਂ ਬਦ ਨਸੀਬਾਂ ਦੇ ਵਿੱਚ ਹੀ ਨਾ ਗਿਣੇ ਜਾਈਏ। और मनुष्य के रूप में प्रगट होकर अपने आप को दीन किया। सिर्फ मनुख की समानता ਦੇ ਵਿੱਚ ਆਇਆ नहीं, ਉਹਦੇ ਰੂਪ ਦੇ ਵਿੱਚ ਸਿਰਫ ਪ੍ਰਗਟ ਹੀ ਨਹੀਂ ਹੋਇਆ, ਬਲਕਿ ਕੀ ਕੀਤਾ? ਆਪਣੇ ਆਪ ਨੂੰ ਦੀਨ ਕੀਤਾ। और यहाँ तक आज्ञाकारी रहा। दीन भी किया, कित्थों तक आज्ञाकारी रहा? और यहाँ तक आज्ञाकारी रहा कि मृत्यु, ਅੱਗੇ ਵਿੱਚ ਸ਼ਬਦ ਆ ਗਿਆ, ਇੱਥੇ ਕੋਮਾ ਪਾਈਆਂ ਗਈਆਂ, ਮ੍ਰਿਤਿਉ, ਫਿਰ ਅੱਗੇ ਲਿਖਿਆ ਗਿਆ ਹਾਂ, ਫਿਰ ਕੋਮਾ। ਕਿੱਥੋਂ ਤੱਕ ਆਗੇ ਕਰੇ ਰਹੇ? यहाँ तक आज्ञाकारी रहा कि मौत, फिर लिखा हाँ, और मौत किदां दी? पहला तो आज्ञाकारी कित्थों तक रहा कि मृत्यु, हाँ, क्रूस की मृत्यु भी सह ली। जे ते उदा कुर्बान हुंदा ना, फिर भी कोई गल नहीं सी बनदी। मिसाल के तौर पर उदा लोग कुट कुट के मार देंगे जिदा आम नबियां नूं मारिया गया। उन्होंने किते पहाड़ तो धक्का दे के मारन की कोशिश करते, यानी कि जां इदां वो मर जाता, मतलब मर तो सकता नहीं, क्योंकि जे वो अपनी जान दिंदा नहीं तो मर सकता ही नहीं। अपनी जान कहता अपनी मर्जी ना देना, तो उन्होंने फिर अपनी वापस लेना है। गल तो यह है भी जे तो वो किसी होर तरीके दे नाल मरदा जिहड़ा लानती ना हुंदा, जे लानत दी मौत तो बिना मरदा ना तां भी रंग नहीं बजदा। तो फिर इत्थे लिखिया मौत ते मरे ते बड़े कुर्बान ते बड़े होए संसार दे विच, नबी भी होए, प्रभु यसु भी होया कुर्बान, उस तो बाद शगिरद भी होए। लेकिन जिहड़ी कुर्बानी जिस मकसद दे लई यसु मसीह दी हो रही है, ਉਹਦੇ ਨਾਲ ਤੁਲਨਾ नहीं, ਉਹਦੇ ਨਾਲ ਤੁਲਨਾ नहीं। ਚੇਲਿਆਂ ਨੂੰ ਵੀ ਬੜੀਆਂ ਖਤਰਨਾਕ ਮੌਤਾਂ ਮਿਲੀਆਂ,
ਪਰ ਉਹਨਾਂ ਨੇ ਉਸ ਜ਼ਿੰਦਗੀ ਦੀ ਚਾਹਤ ਦੇ ਵਿੱਚ ਇਹ ਸਭ ਕੁਝ ਸਹਿ ਲਿਆ, ਪਰ ਇਹਨੇ ਜ਼ਿੰਦਗੀ ਦੇਣ ਦੇ ਵਾਸਤੇ ਸਹਿ। ਫਰਕ ਕਿੱਥੇ ਆ ਗਿਆ ਭਲਾ? ਉਹਨਾਂ ਨੇ ਜ਼ਿੰਦਗੀ ਪਾਉਣ ਦੇ ਲਈ ਤੇ ਇਹਨੇ ਜ਼ਿੰਦਗੀ ਦੇਣ ਦੇ ਲਈ। ਇਸ ਲਈ ਉਹਨਾਂ ਦੀ ਉਹ ਸ਼ਹਾਦਤ ਨੂੰ ਯਿਸੂ ਮਸੀਹ ਦੀ ਸ਼ਹਾਦਤ ਦੇ ਨਾਲ ਮੇਲ ਕਰਕੇ ਦੇਖਿਆ ਜਾ ਸਕਦਾ ਨਹੀਂ ਆ। ਤੇ ਕਹਿੰਦਾ ਮੌਤ ਕਿੱਥੋਂ ਤੱਕ ਆਗਿਆ ਕਰੀ ਰਿਹਾ? ਮੌਤ ਤੱਕ, ਹਾਂ, ਕਰੂਸ ਦੀ ਮੌਤ ਤੱਕ। ਹੁਣ ਕਰੂਸ ਸ਼ਬਦ ਵਿੱਚ ਆ ਗਿਆ, ਕਰੂਸ ਦੀ ਮੌਤ ਤੱਕ ਸਹਿ ਲਈ ਉਹਨੇ। ਮਤਲਬ ਉਹ ਲਾਹਨਤੀ ਮੌਤ ਜਿਹੜੀ ਸਿਰਫ ਬਦਕਾਰਾਂ ਲਈ ਹੁੰਦੀ ਹੈ, ਸ਼ਾਪਿਤ, ਉਹ ਲਾਹਨਤੀ ਮੌਤ ਜਿਹੜੀ ਬਹੁਤ ਘਿਨੌਣੇ ਲੋਕਾਂ ਦੇ ਲਈ ਹੈ, ਉਹ ਮੌਤ ਮਰਿਆ। ਇੱਥੋਂ ਤੱਕ ਦੀਨ ਹੋਇਆ, ਇੱਥੋਂ ਤੱਕ ਆਗਿਆਕਾਰੀ ਹੋਇਆ, ਇੱਥੋਂ ਤੱਕ ਕਿ ਮਨੁੱਖ ਦਾ ਰੂਪ ਧਾਰਨ ਕੀਤਾ, ਇੱਥੋਂ ਤੱਕ ਕਿ ਆਪਣੇ ਆਪ ਨੂੰ ਸ਼ੂਨਯ ਕੀਤਾ, ਇੱਥੋਂ ਤੱਕ ਕਿ ਉਹਦੇ ਸਵਰੂਪ ਵਿੱਚ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਉਹਨੇ ਉਹਦੇ ਤੁੱਲ ਰੱਖਣਾ ਕਬਜ਼ੇ ਦੀ ਚੀਜ਼ ਨਹੀਂ ਜਾਣਿਆ। ਸੋ ਜਿਹਦੇ ਵਿੱਚ ਜ਼ਿੰਦਗੀ ਆ, ਜਿਸ ਜ਼ਿੰਦਗੀ ਦੇ ਵਿਖੇ ਅਸੀਂ ਸਿੱਖ ਰਹੇ ਹਾਂ, ਜਿਹਨੇ ਉਹ ਜ਼ਿੰਦਗੀ ਦੇਣ ਦੇ ਲਈ ਇੰਨਾ ਕੁਛ ਕੀਤਾ ਆ, ਦੇਣ ਵਾਲਾ ਜ਼ਿੰਦਗੀ ਮਿਲਣੀ ਸਾਨੂੰ ਆ, ਦੇਣ ਵਾਲਾ ਆਪਣਾ ਨਮੂਨਾ ਸਾਡੇ ਅੱਗੇ ਐਡਾ ਖਤਰਨਾਕ ਰੱਖਦਾ ਆ, ਤੇ ਫਿਰ ਲੈਣ ਵਾਲੇ ਨੂੰ ਆਪਣਾ ਨਮੂਨਾ ਕਿੱਡਾ ਵੱਡਾ ਰੱਖਣਾ ਪੈਣਾ। ਇਹਦਾ ਮਤਲਬ ਮਸੀਹੀ ਜੀਵਨ ਗੱਲਾਂ ਬਾਤਾਂ ਦਾ ਜੀਵਨ ਨਹੀਂ। ਮਸੀਹੀ ਜੀਵਨ ਦੂਸਰੇ ਲੋਕਾਂ ਵਾਂਗੂ ਫੜਾ ਫੁੜਾ ਮਾਰਨ ਵਾਲਾ ਜੀਵਨ ਜਾਂ ਦੋਹੇ ਦਾਹੇ ਗਾਉਣ ਵਾਲਾ ਜੀਵਨ ਨਹੀਂ। ਮਸੀਹੀ ਜੀਵਨ ਲੋਕਾਂ ਵਾਂਗੂ ਦਾਨ ਦੂਨ ਦੇ ਕੇ ਖੁਸ਼ ਹੋਣ ਵਾਲਾ ਜੀਵਨ ਨਹੀਂ ਹੈ। ਇਹਦੇ ਵਿੱਚ ਤੇ ਜੋ ਉਹ ਕਰਕੇ ਗਿਆ, ਜਿਹਦੇ ਵਿੱਚ ਪਰਮੇਸ਼ਵਰ ਨੇ ਉਹ ਜ਼ਿੰਦਗੀ ਰੱਖੀ ਹੈ, ਇਹ ਤੇ ਉਹਦੇ ਬਰਾਬਰ ਉਹਦੇ ਵਾਂਗੂ ਚੱਲਣਾ ਪੈਣਾ, ਉਹਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਪੈਣਾ। ਜੋ ਜੋ ਕੁਛ ਸਹਿ ਕੇ ਉਹਨੇ ਨਮੂਨਾ ਦਿੱਤਾ, ਉਹ ਸਭ ਕੁਛ ਸਾਨੂੰ ਸੰਸਾਰ ਦੇ ਵਿੱਚ ਕਰਨਾ ਪੈਣਾ ਹੈ। ਮੁਸੀਬਤ ਫਿਰ ਉੱਥੇ ਆ ਗਈ, ਸਾਡੇ ਕੋਲ ਹੁਣ ਕੋਈ ਬਚਣ ਦਾ ਚਾਂਸ ਨਹੀਂ ਹੈ, ਕਿਉਂਕਿ ਅਸੀਂ ਸੁਣ ਲਿਆ ਹੈ। ਤੇ ਇਹਦੇ ਵਿਖੇ ਲਿਖਿਆ ਵੀ ਅੰਤ ਸਮੇਂ ਦੇ ਵਿੱਚ ਇਹ ਸੁਣਿਆ ਹੋਇਆ ਵਚਨ ਹੀ ਤੁਹਾਨੂੰ ਦੋਸ਼ੀ ਠਹਿਰਾਊਗਾ। ਜੇ ਤੇ ਨਾ ਸੁਣਿਆ ਹੁੰਦਾ ਤੇ ਫਿਰ ਕਹਿੰਦਾ ਤੁਹਾਡਾ ਪਾਪ ਨਾ ਹੁੰਦਾ, ਪਰ ਹੁਣ ਤੁਸੀਂ ਸੁਣ ਲਿਆ, ਇਸ ਲਈ ਹੁਣ ਕੋਈ ਬਹਾਨੇਬਾਜ਼ੀ ਨਹੀਂ। ਸੋ ਇੱਕ ਹੋਰ ਦੇਖਦੇ ਹਾਂ, ਇਬਰਾਨੀਓ 5:8-9 ਆਇਤ ਵਿੱਚ ਲਿਖਿਆ, ਪੁੱਤਰ ਹੋने पर भी उसने दुख उठा कर आज्ञा माननी सीखी। किद्दां सीखी जी? पुत्र ਹੁੰਦਿਆਂ ਹੋਇਆਂ ਵੀ ਦੁੱਖ ਉਠਾ ਕੇ ਆਗਿਆ ਮੰਨਣੀ ਸਿੱਖੀ। ਇਹਦਾ ਮਤਲਬ ਜੇ ਉਹਨੇ ਦੁੱਖ ਉਠਾ ਕੇ ਆਗਿਆ ਮੰਨਣੀ ਸਿੱਖੀ, ਤੇ ਜਿਹਦੇ ਨਕਸ਼ੇ ਕਦਮ ਤੇ ਅਸੀਂ ਚੱਲਣਾ ਆ, ਸਾਨੂੰ ਵੀ ਉਹਦੀ ਤਰ੍ਹਾਂ ਬਰਾਬਰ ਦੁੱਖ ਉਠਾਉਣਾ ਪੈਣਾ। ਜੇ ਤੇ ਅਸੀਂ ਵੀ ਪੁੱਤਰ ਬਣਨਾ ਆ, ਕੀ ਲਿਖਿਆ ਜੀ ਉਹਨਾਂ ਦੀ ਅੰਜੀਲ ਦੇ ਵਿੱਚ, ਕਿ ਵह ਨਾ तो लहू और ना मांस की इच्छा से परंतु परमेश्वर की भली इच्छा से पैदा हुए। ਅਸੀਂ ਹੁਣ ਪਰਮੇਸ਼ਵਰ ਦੀ ਭਲੀ ਇੱਛਾ ਤੋਂ ਪੈਦਾ ਹੋਏ ਹਾਂ ਨਵੇਂ ਜਨਮ ਦੇ ਵਿੱਚ। ਸੋ ਨਵਾਂ ਜਨਮ ਪਰਮੇਸ਼ਵਰ ਦੀ ਭਲੀ ਇੱਛਾ ਤੋਂ ਸਾਨੂੰ ਮਿਲਿਆ, ਲਹੂ ਤੇ ਮਾਸ ਦੀ ਇੱਛਾ ਤੋਂ ਨਹੀਂ ਮਿਲਿਆ। ਸੋ ਜਦੋਂ ਇਹ ਜੀਵਨ ਮਿਲਿਆ ਤੇ ਜਿਹਦੇ ਦੁਆਰਾ ਮਿਲਿਆ ਆ, ਯਿਸੂ ਮਸੀਹ ਕਹਿੰਦਾ ਮੈਂ ਚਾਹੁੰਦਾ ਤੁਸੀਂ ਜ਼ਿੰਦਗੀ ਪਾਓ ਤੇ ਬਹੁਤਾਇਤ ਦੀ ਜ਼ਿੰਦਗੀ ਪਾਓ। ਤੇ ਜਿਹੜਾ ਇਹ ਜ਼ਿੰਦਗੀ ਦੇਣ ਲਈ ਆਉਂਦਾ ਆ, ਉਸ ਬਾਰੇ ਇਹ ਲਿਖਿਆ ਆ ਵੀ ਪੁੱਤਰ ਹੋਣੇ ਪਰ ਵੀ ਉਸਨੇ ਦੁੱਖ ਉਠਾ ਕਰ ਆਗਿਆ ਮਾਨਣੀ ਸਿੱਖੀ। ਤੇ ਜੇ ਉਹ ਜਿਹੜਾ ਪੁੱਤਰ ਆ, ਜਿਹਨੂੰ ਪ੍ਰਭੂ ਯਿਸੂ ਮਸੀਹ ਕਿਹਾ ਜਾਂਦਾ ਆ, ਜਿਹਦੇ ਬਾਰੇ ਲਿਖਿਆ ਵੀ ਉਹ ਇਸ ਕਲੀਸਿਆ ਦੇ ਵਿੱਚ ਹੁਣ ਪਲੋਠਾ ਆ, ਤੇ ਜੇ ਪਲੋਠੇ ਪੁੱਤਰ ਨੇ ਦੁੱਖ ਉਠਾ ਕੇ ਆਗਿਆਕਾਰੀ ਸਿੱਖੀ,
ਮੰਨਣੀ ਸਿੱਖੀ ਤੇ ਫਿਰ ਇਹਨਾਂ ਛੋਟਿਆਂ ਨੂੰ ਵੀ ਉਹਦੇ ਨਕਸ਼ੇ ਕਦਮ ਤੇ ਚੱਲਣਾ। ਜ਼ਲਾਲ ਉਹਦੇ ਬਰਾਬਰ ਦਾ ਚਾਹੀਦਾ ਆ ਜੇ ਉਹਦੇ ਨਾਲ ਤਖਤ ਦੇ ਉੱਤੇ ਬਹਿਣਾ ਆ। ਇਸ ਲਈ ਤਖਤ ਉੱਤੇ ਹਰ ਕੋਈ ਬਹਿਣ ਦੇ ਯੋਗ ਨਹੀਂ ਹੈ। ਜਿਹੜਾ ਹੂ ਬਹੂ ਉਹਦੇ ਵਾਂਗੁਰ ਚੱਲੇਗਾ, ਉਹੀ ਉਹਦੇ ਨਾਲ ਤਖਤ ਦੇ ਉੱਤੇ ਬੈਠੇਗਾ। ਤੇ ਪੰਗਾ ਅੱਗੇ ਵੱਡਾ ਇਹ ਆ, ਜਿਹੜਾ ਹੂ ਬਹੂ ਨਾ ਚੱਲਿਆ ਉਹਦੇ ਲਈ ਮੁਸੀਬਤ ਇਹ ਆ ਕਿ ਉਹ ਨਾ ਤੇ ਨਰਕ ਦਾ ਜੋਗਾ ਹੈ ਤੇ ਨਾ ਉਹ ਤਖਤ ਉੱਤੇ ਬੈਠਣ ਜੋਗਾ ਹੈ। ਮੁਸੀਬਤ ਕੀ ਭਲਾ ਆ ਗਈ? ਬਾਕੀ ਦੁਨੀਆ ਕਾਹਦੇ ਲਈ ਕਹਿੰਦੇ, ਉਹ ਕਹਿੰਦੇ ਅਸੀਂ ਸਵਰਗ 'ਚ ਚੱਲ ਜਾਈਏ। ਇੱਥੇ ਪੰਗਾ ਇਹ ਆ ਵੀ ਇੱਥੇ ਗੱਲ ਸਵਰਗ 'ਚ ਜਾਣ ਦੀ ਨਹੀਂ ਆ, ਇੱਥੇ ਤੇ ਪਰਮੇਸ਼ਵਰ ਦਾ ਬਦਨ ਬਣਨ ਦੀ ਆ। ਇੱਥੇ ਤੇ ਯਿਸੂ ਮਸੀਹ ਦਾ ਬਦਨ ਬਣਨਾ, ਤੇ ਜਦੋਂ ਬਦਨ ਮੁਕੰਮਲ ਹੋ ਗਿਆ ਤੇ ਕਹਿੰਦਾ ਸਾਰਾ ਕੰਮ ਮੁਕੰਮਲ ਕਰਕੇ ਮੈਂ ਪਿਤਾ ਦੇ ਵਿੱਚ ਸਮਾ ਜਾਵਾਂਗਾ, ਤੇ ਫਿਰ ਪਿਤਾ ਹੀ ਪਿਤਾ ਨਜ਼ਰ ਆਵੇਗਾ। ਤੇ ਪਿਤਾ ਦੀ ਇਹ ਮਨਸ਼ਾ ਆ, ਉਸ ਤਖਤ ਦੇ ਉੱਤੇ ਅਸੀਂ ਸਭ ਉਹਦਾ ਬਦਨ ਬਣ ਕੇ ਬੈਠੀਏ। ਹੁਣ ਮੁਸੀਬਤ ਕਿੱਥੇ ਆ ਜਾਂਦੀ ਆ? ਉਹਦੇ ਬਦਨ ਬਣ ਕੇ ਤੇ ਪਿਤਾ ਦੇ ਵਿੱਚ ਸਮਾਊਗਾ ਉਹ ਹੀ ਜਿਹੜਾ ਯਿਸੂ ਮਸੀਹ ਵਰਗਾ ਹੋਊਗਾ। ਤੇ ਅਸੀਂ ਆਪਣੇ ਤੇ ਗੌਰ ਕਰ ਲਈਏ, ਅਸੀਂ ਕਿੱਦਾਂ ਦੇ ਆ। ਹਾਂਜੀ, ਆਪਾਂ ਨੂੰ ਬਚਨ ਸੁਣਦੇ ਪਏ, ਜ਼ਿੰਦਗੀ ਦਾ ਬਚਨ ਸੁਣਦੇ ਪਏ ਆ, ਆਪਾਂ ਨੂੰ ਫਿਰ ਵੀ ਭੜਥੂ ਜਿਹਾ ਪਿਆ ਕਿ ਉਦੋਂ ਦਾਲ ਨਾ ਸੜਦੀ ਹੋਵੇ, ਉਹ ਦੁਕਾਨ ਨਾ ਹੋਵੇ, ਉਹ ਦੇਰ ਨਾ ਹੋ ਗਈ ਹੋਵੇ ਤੇ ਸੌਂ ਜਾਣਾ ਹੈ, ਕਿਸੇ ਘਰ ਜਾਣਾ, ਕਿਸੇ ਨੇ ਕੁਛ ਕਰਨਾ, ਮਤਲਬ ਮੁਸੀਬਤ ਜੀ ਪਈ ਹੋਈ ਆ, ਹਮੇਸ਼ਾ ਦੀ ਜ਼ਿੰਦਗੀ ਲੈਣੀ ਹੈ ਉੱਦਾਂ, ਹੈ ਨਾ। ਤੇ ਜੇ ਮੈਂ ਕਹਾਂ ਅੱਜ ਛੱਡੋ ਘਰ ਬਾਹਰ ਜਾਣ ਨੂੰ, ਤੇ ਇੱਥੇ ਰਾਤ ਦੁਆ ਕਰਦੇ ਆ ਫਿਰ। ਤੇ ਜਦ ਕਿ ਹਕੀਕਤ ਕੀ ਆ, ਅਸਲੀ ਜੀਵਨ ਇਹ ਆ। ਜੇ ਤੇ ਉਸ ਜਲਾਲ ਨੂੰ ਪ੍ਰਾਪਤ ਕਰਨਾ ਤੇ ਫੇਰ ਕਿੱਦਾਂ ਚੱਲਣਾ ਪੈਣਾ? ਮੁਬਾਰਕ ਆ ਉਹ ਜ਼ਿੰਦਗੀ ਜਿਹੜੀ ਦਿਨ ਰਾਤ ਉਹਦੀ ਵਿਵਸਥਾ ਦੇ ਵਿੱਚ ਕੀ ਰਹਿੰਦੀ ਆ, ਮਗਨ। ਇਹ ਉਹ ਆਪਾਂ ਬੜੇ ਬਦ ਨਸੀਬ ਆ ਸਾਡੇ ਚ, ਜੇ ਸਹੀ ਮੈਨੇ ਚ ਦੇਖੀ ਅੱਜ ਦੀ ਡੇਟ ਚ ਅਸੀਂ ਕੀ ਹੈ ਭਲਾ? ਅਸੀਂ ਵਾਕਈ ਬਦ ਨਸੀਬ ਆ, ਕਿਉਂਕਿ ਅਸੀਂ ਅਜੇ ਉਹ ਦੌੜ ਸ਼ੁਰੂ ਨਹੀਂ ਕੀਤੀ ਜਿਹੜੀ ਉਹਦੇ ਤਖਤ ਦੇ ਬਹਿਣ ਵਾਲੀ ਹੈ। ਸਹੀ ਗੱਲ। ਤੇ ਪੰਗਾ ਜਿਹੜਾ ਮੈਂ ਦੱਸਣਾ ਚਾਹੁੰਦਾ ਉਹ ਇਹ ਆ ਵੀ ਜੇ ਤਖਤ ਤੇ ਨਾ ਬੈਠੇ ਤੇ ਫਿਰ ਨਰਕ ਵਾਲਿਆਂ ਨਾਲ ਭੈੜੇ ਆ। ਫਿਰ ਕਿਤੇ ਭੈੜੇ ਆ? ਫਿਰ ਨਰਕ ਵਾਲਿਆਂ ਨਾਲੋਂ ਭੈੜੇ ਆ, ਕਿਉਂਕਿ ਸਾਡੇ ਆਲੇ ਦੁਆਲੇ ਕਈ ਹੋਰ ਵੀ ਹੋਣੇ ਆ ਜਿਨ੍ਹਾਂ ਦਾ ਇਨਸਾਫ ਸ਼ਰਅ ਤੋਂ ਬਿਨਾਂ ਕੀਤਾ ਜਾਣਾ ਹੈ। ਸਾਡੇ ਆਲੇ ਦੁਆਲੇ ਇਸਰਾਇਲੀ ਵੀ ਹੋਣੇ ਆ ਜਿਹੜੇ ਵਿਵਸਥਾ ਦੇ ਯੁੱਗ ਦੇ ਵਿੱਚ ਜੀਂਦੇ ਸੀ ਤੇ ਯਿਸੂ ਮਸੀਹ ਨੂੰ ਬਾਅਦ ਵਿੱਚ ਉਹਨਾਂ ਨੇ ਕਬੂਲ ਕੀਤਾ, ਪਰ ਦੁਲਹਨ ਬਣ ਸਕੇ ਨਹੀਂ। ਦੁਲਹਨ ਬਣ ਸਕੇ ਨਹੀਂ। ਸਭ ਤੋਂ ਵੱਡੀ ਸ਼ਰਮਿੰਦਗੀ ਤੇ ਉਹਨਾਂ ਦੇ ਲਈ ਵੀ ਹੈ ਕਿ ਸੀ ਉਹਨਾਂ ਦਾ, ਪਰ ਉਹ ਮੁਕਾਮ ਸਾਨੂੰ ਪਾਉਣ ਦਾ ਮੌਕਾ ਮਿਲਿਆ। ਉਹਨਾਂ ਵਿੱਚੋਂ ਤੇ ਉਹੀ ਪਾ ਸਕੇ ਜਿਨ੍ਹਾਂ ਨੇ ਕਬੂਲ ਕਰ ਲਿਆ, ਤੇ ਬਾਕੀ ਜਿਨ੍ਹਾਂ ਨੇ ਨਹੀਂ ਕੀਤਾ ਉਹ ਦੇਖੋ ਕੀ ਹਾਲ ਉਹਨਾਂ ਦਾ ਹੋਊਗਾ, ਹਨਾ। ਤੇ ਉਹਨਾਂ ਨਾਲੋਂ ਭੈੜਾ ਹਾਲ ਸਾਡਾ ਹੋਣਾ, ਕਿਉਂਕਿ ਸਾਡੇ ਉੱਤੇ ਉਹਨੇ ਖੋਲ ਕੇ ਪ੍ਰਗਟ ਕੀਤਾ। ਤੇ ਜਦੋਂ ਸਾਡੇ ਉੱਤੇ ਖੋਲ ਕੇ ਪ੍ਰਗਟ ਕੀਤਾ ਤੇ ਫਿਰ ਅਸੀਂ ਆਪਣੇ ਤੇ ਵਿਚਾਰ ਕਰ ਲਈਏ ਅਸੀਂ ਕਰਨਾ ਕੀ ਹੈ। ਮੈਂ ਦੱਸ ਰਿਹਾ ਸੀ ਤੁਹਾਨੂੰ, ਇੱਕ ਪਾਸੇ ਤੇ ਵੱਡੇ ਵੱਡੇ ਪ੍ਰਚਾਰਕ ਸਾਡੇ ਕਹਿ ਰਹੇ ਆ ਵੀ ਹਾਂਜੀ ਪ੍ਰਭੂ ਯਿਸੂ ਮਸੀਹ ਆਉਣ ਵਾਲਾ, ਨਿਸ਼ਾਨੀਆਂ ਪੂਰੀਆਂ ਹੋ ਚੁੱਕੀਆਂ, ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ, ਉਹ ਕਿਸੇ ਵੇਲੇ ਵੀ ਆ ਸਕਦਾ ਹੈ। ਦੂਜੇ ਪਾਸੇ ਏਡੇ ਏਡੇ ਵੱਡੇ ਚਰਚ ਖੜੇ ਕਰਨ ਡਏ ਆ ਜਿਨ੍ਹਾਂ ਨੂੰ ਪੂਰੇ ਮੁਕੰਮਲ ਹੁੰਦਿਆਂ 10-20 ਸਾਲ ਲੱਗਣੇ। ਉਹ ਕਿਤੇ ਨਹੀਂ ਬਣਾਉਣ ਡਏ ਆ। ਫਿਰ ਜਦੋਂ ਅਸਲੀ ਮਾਲ ਚੁੱਕਿਆ ਜਾਣਾ ਤੇ ਚਰਚ ਦਾ ਕੰਮ ਤੇ ਹੋ ਗਿਆ ਖਤਮ, ਅਸਲੀ ਚਰਚ ਤੇ ਚੁੱਕੀ ਗਈ, ਤੇ ਫਿਰ ਉਹਦੇ ਵਿੱਚ ਤੇ ਐਂਟੀ ਕ੍ਰਾਈਸਟ ਨੇ ਬਹਿਣਾ ਨਾ। ਪਹਿਲੀ ਗੱਲ ਤੇ ਜਿਹੜੀਆਂ ਚਰਚਾਂ ਉਹ ਤੇ ਰਹਿਣੀਆਂ ਨਹੀਂ,
ਪਹਿਲਾ ਨਿਸ਼ਾਨਾ ਹੀ ਉਹਦਾ ਜਾਂ ਤੇ ਤੋੜ ਦਿੱਤੀਆਂ ਜਾਣੀਆਂ ਤੇ ਜਾਂ ਫਿਰ ਦੂਜੇ ਤਰੀਕੇ ਦੇ ਵਿੱਚ ਉਹਨੂੰ ਪਰਿਵਰਤਿਤ ਕਰ ਦਿੱਤਾ ਜਾਣਾ ਹੈ ਜੀ। ਇਹਦਾ ਮਤਲਬ ਫਿਰ ਜਿਹੜੀਆਂ ਏਡੀਆਂ ਏਡੀਆਂ ਵੱਡੀਆਂ ਅਸੀਂ ਚਰਚਾਂ ਬਣਾ ਰਹੇ ਹਾਂ, ਇਹ ਕਿਹਦੇ ਲਈ ਬਣਾ ਰਹੇ ਹਾਂ? ਜਾਂ ਤੇ ਢਹਿ ਜਾਣ ਦੇ ਵਾਸਤੇ ਤੇ ਜਾਂ ਫਿਰ ਐਂਟੀ ਕ੍ਰਾਈਸਟ ਦੇ ਇਸਤੇਮਾਲ ਹੋਣ ਦੇ ਵਾਸਤੇ। ਤੇ ਅਸੀਂ ਪੱਕਾ ਕਰੀਏ ਨਾ, ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਇੱਕ ਪਾਸੇ ਹੀ ਕਹਿ ਰਹੇ ਪ੍ਰਭੂ ਯਿਸੂ ਮਸੀਹ ਕਿਸੇ ਟਾਈਮ ਵੀ, ਦੂਜੇ ਪਾਸੇ ਅਸੀਂ ਇਹ ਵੀ ਉਮੀਦ ਰੱਖਦੇ ਨਹੀਂ ਅਜੇ, ਕਿਉਂਕਿ ਸਾਡਾ 10 ਸਾਲ ਦਾ ਪ੍ਰੋਜੈਕਟ ਕੀ ਸ਼ੋਅ ਕਰਦਾ? ਫਿਰ ਸਾਡਾ 10 ਸਾਲ ਦਾ 15 ਸਾਲ ਦਾ ਪ੍ਰੋਜੈਕਟ ਤੇ ਫਿਰ ਇਹ ਸ਼ੋਅ ਕਰਦਾ ਪਿਆ ਨਹੀਂ ਅਜੇ 10-15 ਸਾਲ ਨਹੀਂ ਹੋਣਾ, ਤਾਂ ਹੀ ਬਣਾ ਰਹੇ। ਸਹੀ ਗੱਲ, ਦਿਖਾ ਕੁਛ ਰਹੇ ਕਰ ਕੁਛ ਰਹੇ। ਮੰਨ ਕੇ ਚਲੋ ਵੀ ਕੱਲ ਨੂੰ ਮੈਂ ਇੱਥੇ ਕੋਈ ਇਦਾਂ ਦੀ ਕੋਈ ਕੋਠੀ ਬੰਗਲਾ ਸ਼ੁਰੂ ਕਰ ਲਵਾਂ ਜਿਹਨੂੰ 10-15 ਸਾਲ ਲੱਗਣੇ ਹੋਣ, ਤੇ ਚਰਚ ਦੇ ਵਿੱਚ ਮੈਂ ਖੜੇ ਹੋ ਕੇ ਕਰਾਂ, ਓਏ ਲੋਕੋ ਬੰਦੇ ਦੇ ਪੁੱਤਰ ਬਣ ਜਾਓ, ਆਪਣੀ ਗੱਲ ਕਰਦਿਆਂ ਕਰਦਿਆਂ ਯਿਸੂ ਮਸੀਹ ਆ ਸਕਦਾ, ਕਹਿਣਾ ਸੌਖਾ। ਤੇ ਅੱਗਿਓਂ ਗਾਂ ਮੇਰੇ ਵਰਗਾ ਕੋਈ ਹੋਵੇ ਤੇ ਜੁੱਤੀ ਚੱਕ ਲਓ। ਹਨਾ ਪ੍ਰੋਜੈਕਸ਼ਨ। ਹਾਂਜੀ, ਵੀ ਪਹਿਲਾਂ ਥੱਲੇ ਆਓ। ਇੱਕ ਪਾਸੇ ਤੁਸੀਂ ਸਾਨੂੰ ਮੂਰਖ ਬਣਾਉਣ ਡੇ ਹੋ, ਕਹਿ ਰਹੇ ਹੋ ਵੀ ਪ੍ਰਭੂ ਯਿਸੂ ਮਸੀਹ ਕਿਸੇ ਵੇਲੇ ਵੀ ਆ ਸਕਦਾ, ਦੂਜੇ ਪਾਸੇ ਭਾਪੇ ਵਾਲੀ ਤੁਸੀਂ 20-25 ਸਾਲ ਚ ਮੁਕੰਮਲ ਹੋਣ ਵਾਲੀ ਕੋਠੀ ਸ਼ੁਰੂ ਕੀਤੀ ਹੋਈ ਹੈ। ਸਹੀ ਹੈ। ਵੀ ਇਹ ਤਮਾਸ਼ਾ ਕੀ ਹੈ? ਜਾਂ ਤੇ ਤੁਸੀਂ ਕਹੋ ਵੀ 20-25 ਸਾਲ ਤੋਂ ਬਾਅਦ ਹੋਣਾ, ਫਿਰ ਅਸੀਂ ਬਣਾ ਲਈਏ ਵੀ ਕਿਸੇ ਇੱਕ ਥਾਂ ਤੇ ਟਿਕੋ। ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਅਸੀਂ ਆਪਣੇ ਆਪ ਨੂੰ ਗੁੰਮਰਾਹ ਕਰ ਰਹੇ ਹਾਂ। ਔਰ ਇਹ ਗੱਲਾਂ ਪੱਕੀਆਂ ਪ੍ਰਤੱਖ ਰੂਪ 'ਚ ਸਿੱਧ ਕਰਦੀਆਂ ਅਸੀਂ ਉਸ ਹਮੇਸ਼ਾ ਦੀ ਜ਼ਿੰਦਗੀ ਤੋਂ, ਜਿਹਦੇ ਬਾਰੇ ਪਤਰਸ ਕਹਿੰਦਾ ਹਮੇਸ਼ਾ ਦੀ ਜ਼ਿੰਦਗੀ ਦੀਆਂ ਗੱਲਾਂ ਤੇ ਤੇਰੇ ਕੋਲ ਹੈ। ਹਾਲੇਲੂਇਆ। ਅਸੀਂ ਉਹਨਾਂ ਜ਼ਿੰਦਗੀ ਦੀਆਂ ਗੱਲਾਂ ਤੋਂ ਭੱਜ ਰਹੇ ਹਾਂ, ਅਸੀਂ ਕੰਮਾਂ ਕਾਰਾਂ ਦੇ ਵਿੱਚ ਟਾਈਮ ਵੇਸਟ ਕਰ ਰਹੇ ਹਾਂ। ਇਹਦੇ ਲਈ ਸਾਡੇ ਵਾਸਤੇ ਬਹੁਤ ਵੱਡੀ ਸਜ਼ਾ ਹੈ। ਇਸ ਲਈ ਜਿੰਨਾ ਵੱਧ ਤੋਂ ਵੱਧ ਟਾਈਮ ਹੋਵੇ ਅਸੀਂ ਪ੍ਰਭੂ ਦੀ ਕਦਮਾਂ ਦੇ ਵਿੱਚ ਗੁਜ਼ਾਰ ਸਕੀਏ। ਹਾਲੇਲੂਇਆ। ਜਿਹੜਾ ਸਮਾਂ ਉਹਦੇ ਕਦਮਾਂ ਦੇ ਵਿੱਚ ਬੀਤ ਗਿਆ ਉਹੋ ਹੀ ਅਰਥ ਵਾਲਾ ਹੈ, ਬਾਕੀ ਸਭ ਕੁਝ ਬੈਠ। ਵਿਅਰਥ ਹੈ। ਇਸ ਟੌਪਿਕ ਨੂੰ ਅਸੀਂ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾਵੰ ਖੁਦਾ, ਤੁਹਾਡਾ ਧੰਨਵਾਦ ਕਰਦੇ ਹਾਂ ਦਇਆ ਮੁਹੱਬਤ ਦੇ ਵਾਸਤੇ, ਤੁਹਾਡੀ ਵੱਡੀ ਕਿਰਪਾ ਦੇ ਵਾਸਤੇ, ਤੁਹਾਡੇ ਅਨੁਗ੍ਰਹਿ ਦੇ ਵਾਸਤੇ ਖੁਦਾਵੰਦ, ਅੱਜ ਦੇ ਤੁਹਾਡੇ ਇਹਨਾਂ ਵਚਨਾਂ ਦੇ ਵਾਸਤੇ ਜਿਨ੍ਹਾਂ ਦੇ ਦੁਆਰਾ ਤੁਸੀਂ ਸਾਨੂੰ ਸਭ ਨੂੰ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਦਿੱਤਾ ਖੁਦਾਵੰਦ। ਔਰ ਸੱਚਮੁੱਚ ਅਸੀਂ ਇਹ ਤੋਂ ਇੱਕ ਸਿੱਖਿਆ ਲੈ ਸਕੀਏ ਔਰ ਆਪਣੇ ਜੀਵਨ ਦਾ ਵੱਧ ਤੋਂ ਵੱਧ ਸਮਾਂ ਔਰ ਚੰਗਾ ਚੰਗਾ ਸਮਾਂ ਤੇਰੇ ਵਿੱਚ ਗੁਜ਼ਾਰ ਸਕੀਏ ਖੁਦਾ। ਕਿਉਂਕਿ ਜਦੋਂ ਅਸੀਂ ਤੇਰੇ ਤੋਂ ਚੰਗੇ ਜੀਵਨ ਦੀ ਆਸ ਰੱਖਦੇ ਹਾਂ ਤੇ ਫਿਰ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵੀ ਆਪਣੇ ਇਸ ਜੀਵਨ ਦਾ ਚੰਗਾ ਚੰਗਾ ਹਿੱਸਾ ਤੈਨੂੰ ਦੇ ਸਕੀਏ ਖੁਦਾ। ਹਾਲੇਲੂਇਆ। ਹਰ ਜ਼ਿੰਦਗੀ ਦੇ ਲਈ ਤੇਰੇ ਰਹਿਮ ਨੂੰ ਮੰਗਦੇ ਹਾਂ। ਜਿਨ੍ਹਾਂ ਨੇ ਵੀ ਇਸ ਸੰਗਤੀ ਦੇ ਵਿੱਚ ਬੈਠ ਕੇ ਤੇਰੇ ਵਚਨ ਨੂੰ ਸੁਣਿਆ ਔਰ ਜਿੰਨੇ ਆਨਲਾਈਨ ਸੁਣ ਰਹੇ ਆ ਔਰ ਜਿੰਨੇ ਅੱਗੇ ਸੁਣਨਗੇ, ਸਭਨਾਂ ਦੇ ਉੱਤੇ ਤੇਰੀ ਵੱਡੀ ਕਿਰਪਾ ਨੂੰ ਮੰਗਦੇ ਹਾਂ ਖੁਦਾਵੰਦ। ਹਰ ਜ਼ਿੰਦਗੀ ਪ੍ਰਭੂ ਯਿਸੂ ਮਸੀਹ ਦੇ ਨਕਸ਼ੇ ਕਦਮ ਤੇ ਚੱਲਣ ਵਾਲੀ ਬਣ ਜਾਵੇ ਖੁਦਾਵੰਦ। ਹੂਬਹੂ ਯਿਸੂ ਮਸੀਹ ਵਰਗੇ ਹੋ ਸਕੀਏ, ਕਿਰਪਾ ਕਰੋ ਖੁਦਾਵੰਦ, ਤਾਂ ਕਿ ਤੁਹਾਡਾ ਉਹ ਵਚਨ ਜਿਹੜਾ ਲਿਖਿਆ ਕਿ ਜਿਹੜਾ ਉੱਤੇ ਈਮਾਨ ਲਿਆਵੇ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ, ਅਸੀਂ ਉਸ ਹਮੇਸ਼ਾ ਦੀ ਜ਼ਿੰਦਗੀ ਨੂੰ ਪਾ ਸਕੀਏ, ਤੇਰੇ ਨਾਲ ਤਖਤ ਤੇ ਬੈਠ ਸਕੀਏ, ਤੇਰਾ ਬਦਨ ਬਣ ਸਕੀਏ ਖੁਦਾਵੰਦ। ਹਾਲੇਲੂਇਆ। ਸਾਰੇ ਸਮੇਂ ਨੂੰ ਤੁਹਾਡੇ ਮੁਬਾਰਕ ਹੱਥਾਂ 'ਚ ਦਿੰਦੇ ਹਾਂ, ਤੁਹਾਡੀ ਨੇਕ ਇੱਛਾ ਨੂੰ ਮੰਗ ਲੈਂਦੇ ਹਾਂ। ਸਾਡੀ ਪ੍ਰਾਰਥਨਾ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਹੇ, ਆਮੀਨ। ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ। ਸਾਰਿਆਂ ਨੂੰ ਜੈ ਮਸੀਹ।